ਵੈਲਕਮ ਦੋਸਤੋ, ਲਰਨ ਬੈਟਰ ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ। ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਤੇ ਝਾਤ ਮਾਰਾਂਗੇ ਤੇ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਜੀਵਨ ਦੇ ਵਿੱਚ ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰੀਆਂ ਸੀ ਤੇ ਉਹਨਾਂ ਨੇ ਇਹਨਾਂ ਘਟਨਾਵਾਂ ਦਾ ਕਿਵੇਂ ਸਾਹਮਣਾ ਕੀਤਾ ਆ। ਇਹ ਜਿਹੜੀ ਵੀਡੀਓ ਆ ਇਹ ਅਸੀਂ ਐਜੂਕੇਸ਼ਨਲ ਤੌਰ ਤੇ ਬਣਾ ਰਹੇ ਹਾਂ ਕਿ ਸਾਨੂੰ ਹਿਸਟਰੀ ਦਾ ਪਤਾ ਚੱਲੇ, ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰੀਆਂ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਵਿੱਚ, ਕਿਹੜੇ-ਕਿਹੜੇ ਉਹਨਾਂ ਦੇ ਯੋਗਦਾਨ ਨੇ ਸਿੱਖ ਧਰਮ ਨੂੰ। ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਦੇਖਾਂਗੇ। ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦੇ ਰਹਿਣ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਦੇ ਵਿੱਚ ਹੋਇਆ ਹੈ। ਗੁਰੂ ਰਾਮਦਾਸ ਤੇ ਬੀਬੀ ਭਾਨੀ ਜੀ ਦੇ ਘਰ ਇਹਨਾਂ ਦਾ ਜਨਮ ਹੋਇਆ ਹੈ। ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਬੀਬੀ ਭਾਨੀ ਜੀ ਸੁਪੁੱਤਰੀ ਸਨ ਸ਼੍ਰੀ ਗੁਰੂ ਅਮਰਦਾਸ ਜੀ ਦੇ। ਸੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਸਨ ਸ਼੍ਰੀ ਗੁਰੂ ਅਮਰਦਾਸ ਜੀ। ਤੀਜੀ ਪਾਤਸ਼ਾਹੀ ਪੰਜਵੀਂ ਪਾਤਸ਼ਾਹੀ ਜੀ ਦੇ ਨਾਨਾ ਜੀ ਸਨ। ਬਚਪਨ ਤੋਂ ਹੀ ਗੁਰੂ ਅਰਜਨ ਦੇਵ ਜੀ ਆਪਣੇ ਨਾਨਾ ਜੀ ਕੋਲ, ਗੁਰੂ ਅਮਰਦਾਸ ਜੀ ਕੋਲ ਹੀ ਖੇਡਦੇ ਰਹੇ। ਉਹਨਾਂ ਦੀ ਸੰਗਤ ਦੇ ਵਿੱਚ ਹੀ ਇਹ ਵੱਡੇ ਹੋਏ ਨੇ। ਸੋ ਉਹਨਾਂ ਦੇ ਨਾਲ ਹੀ ਬਾਣੀ ਵੀ ਪੜ੍ਹਦੇ ਤੇ ਬਾਣੀ ਦਾ ਗਿਆਨ ਵੀ ਜਿਹੜਾ ਆ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਨਾਨਾ ਜੀ ਤੋਂ ਹੀ ਹੋਇਆ ਸੀ। ਗੁਰੂ ਅਮਰਦਾਸ ਜੀ ਵੀ ਕਹਿੰਦੇ ਸਨ, ਦੋਹਿਤਾ ਬਾਣੀ ਕਾ ਬੋਹਿਥਾ। ਸੋ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਦੋਹਤਾ ਸਨ। ਸੋ ਇਹ ਵਾਕ ਤੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਬਾਣੀ ਦੀ ਸਿੱਖਿਆ ਆ ਗੁਰੂ ਅਮਰਦਾਸ ਜੀ ਪਾਸੋਂ ਕਾਫੀ ਲਈ ਆ। ਉਂਝ ਸ਼੍ਰੀ ਗੁਰੂ ਅਮਰਦਾਸ ਜੀ ਦੇ ਬੀਬੀ ਭਾਨੀ ਤੋਂ ਇਲਾਵਾ ਦੋ ਬੇਟੇ ਵੀ ਸਨ, ਮੋਹਨ ਤੇ ਮੋਹਰੀ, ਬਟ ਉਹਨਾਂ ਬਾਰੇ ਅਸੀਂ ਇਤਿਹਾਸ ਦੇ ਵਿੱਚ ਜ਼ਿਆਦਾ ਨਹੀਂ ਜਾਣਦੇ। ਗੁਰੂ ਅਮਰਦਾਸ ਜੀ ਨੂੰ ਵੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਜਿਹੜਾ ਸਮਾਂ ਬਤੀਤ ਕਰਨਾ ਹੈ ਉਹ ਜ਼ਿਆਦਾ ਪਸੰਦ ਸੀ। ਉਹਨਾਂ ਦੇ ਨਾਲ ਹੀ ਉਹ ਖੇਡਦੇ ਰਹਿੰਦੇ ਤੇ ਆਪਣੀ ਬਾਣੀ ਦਾ ਉਚਾਰਨ ਕਰਦੇ ਰਹਿੰਦੇ। ਬਹੁਤ ਸਾਰੇ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਜਦੋਂ ਵੀ ਗੁਰੂ ਅਮਰਦਾਸ ਜੀ ਆਪਣੇ ਵਿਸ਼ਰਾਮ ਘਰ ਦੇ ਵਿੱਚ ਵਿਸ਼ਰਾਮ ਕਰ ਰਹੇ ਹੁੰਦੇ ਸਨ ਤਾਂ ਕਿਸੇ ਨੂੰ ਵੀ ਆਗਿਆ ਨਹੀਂ ਸੀ ਉਹਨਾਂ ਦੇ ਕਮਰੇ ਦੇ ਵਿੱਚ ਜਾਣ ਦੀ, ਬਟ ਕੇਵਲ ਗੁਰੂ ਅਰਜਨ ਦੇਵ ਹੀ ਸਨ ਜਿਹੜੇ ਕਿ ਉਹਨਾਂ ਦੇ ਵਿਸ਼ਰਾਮ ਘਰ ਦੇ ਵਿੱਚ ਚਲੇ ਜਾਂਦੇ ਸਨ। ਇਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਜਦੋਂ ਭੋਜਨ ਛਕਦੇ ਸਨ ਤਾਂ ਵੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਨਾਲ ਜਾ ਕੇ ਬੈਠਦੇ ਸਨ ਤੇ ਉਹਨਾਂ ਦੀ ਥਾਲੀ ਦੇ ਨਾਲ ਵੀ ਖੇਡਦੇ ਸਨ ਤੇ ਉਹਨਾਂ ਦੇ ਨਾਲ ਭੋਜਨ ਵੀ ਛਕਦੇ ਸਨ। ਗੁਰੂ ਅਰਜਨ ਦੇਵ ਜੀ ਦੇ ਦੋ ਵੱਡੇ ਭਰਾ ਵੀ ਸਨ। ਪਹਿਲੇ ਸਨ ਪ੍ਰਿਥੀ ਚੰਦ ਤੇ ਉਹਨਾਂ ਤੋਂ ਛੋਟੇ ਸਨ ਮਹਾਦੇਵ। ਜੇਕਰ ਅਸੀਂ ਤਿੰਨਾਂ ਭਰਾਵਾਂ ਦੇ ਸੁਭਾਅ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਸਨ ਪ੍ਰਿਥੀ ਚੰਦ। ਪ੍ਰਿਥੀ ਚੰਦ ਦਾ ਜਿਹੜਾ ਸੁਭਾਅ ਆ ਥੋੜਾ ਲਾਲਚੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਮੈਂ ਹੀ ਜਿਹੜਾ ਹੈ ਗੁਰਗੱਦੀ ਦਾ ਅਗਲਾ ਵਾਰਿਸ ਆ। ਜਿਹੜੇ ਖਜ਼ਾਨੇ ਦੇ ਵਿੱਚ ਪੈਸੇ ਆਉਂਦੇ ਨੇ, ਮਾਇਆ ਆਉਂਦੀ ਆ, ਉਹਦਾ ਜਿਹੜਾ ਆ ਮੈਂ ਹੀ ਕਰਤਾ ਧਰਤਾ ਆ। ਉਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਦਾ ਲਾਲਚ ਸੀ ਕਿ ਉਹ ਵੱਡੇ ਨੇ, ਗੁਰੂ ਰਾਮਦਾਸ ਜੀ ਦੇ ਵੱਡੇ ਸੁਪੁੱਤਰ ਨੇ, ਇਸੇ ਕਰਕੇ ਗੁਰਗੱਦੀ ਵੀ ਜਿਹੜੀ ਆ ਉਹੀ ਵਾਰਿਸ ਬਣਦੇ ਨੇ। ਉਹਨਾਂ ਤੋਂ ਬਾਅਦ ਛੋਟੇ ਸੀ ਮਹਾਦੇਵ। ਮਹਾਦੇਵ ਦਾ ਜਿਹੜਾ ਸੁਭਾਅ ਆ ਉਹ ਬਹੁਤ ਹੀ ਸਾਧੂ ਕਿਸਮ ਦਾ ਸੀ। ਮਹਾਦੇਵ ਕੋਈ ਵੀ ਦੀਨ ਦੁਨੀਆ ਦੀ ਚੀਜ਼ ਦੇ ਵਿੱਚ ਵਿਚਰਦੇ ਨਹੀਂ ਸੀ। ਉਹ ਸਿਰਫ ਬਾਣੀ ਦੇ ਵਿੱਚ ਹੀ, ਬਾਣੀ ਪੜ੍ਹਨ ਦੇ ਵਿੱਚ ਹੀ ਲੀਨ ਰਹਿੰਦੇ ਸੀ। ਸੋ ਇਹਨਾਂ ਦਾ ਜਿਹੜਾ ਸੁਭਾਅ ਆ ਪ੍ਰਿਥੀ ਚੰਦ ਦਾ ਤੇ ਮਹਾਦੇਵ ਦਾ ਆਪਸ ਦੇ ਵਿੱਚ ਜਿਹੜਾ ਆ ਜ਼ਮੀਨ ਅਸਮਾਨ ਦਾ ਫਰਕ ਸੀ। ਇੱਕ ਜਿਹੜੇ ਨੇ ਉਹ ਸਾਧੂ ਸੁਭਾਅ ਦੇ ਨੇ, ਦੂਜੇ ਜਿਹੜੇ ਪ੍ਰਿਥੀ ਚੰਦ ਨੇ ਉਹਨਾਂ ਨੂੰ ਸਮਾਜਿਕ ਜਿਹੜਾ ਆ ਉਹ ਤਾਣਾ ਬਾਣਾ ਖਿੱਚ ਰਿਹਾ ਸੀ ਕਿ ਪੈਸੇ ਦਾ ਲਾਲਚ ਆ, ਗੁਰਗੱਦੀ ਦਾ ਲਾਲਚ ਆ। ਇਹਨਾਂ ਤੋਂ ਬਾਅਦ ਸੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦਾ ਸੁਭਾਅ ਜਿਹੜਾ ਸੀ, ਜਿਨ੍ਹਾਂ ਦੇ ਵਿੱਚ ਭਗਤੀ ਵੀ ਸੀ ਤੇ ਨਾਲ ਹੀ ਦੀਨ ਦੁਨੀਆ ਦੇ ਵਿੱਚ ਵੀ ਵਿਚਰਦੇ ਸੀ। ਉਹ ਆਪਣੀ ਭਗਤੀ ਵੀ ਕਰਦੇ ਸੀ, ਬਾਣੀ ਦੇ ਵਿੱਚ ਵੀ ਜਿਹੜੇ ਸੀ ਉਹ ਨਿਪੁੰਨ ਸੀ ਤੇ ਦੀਨ ਦੁਨੀਆ ਦੇ ਵਿੱਚ ਵੀ ਵਿਚਰਦੇ ਸੀ। ਜਿੱਥੇ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਲੋਕਾਂ ਦੇ ਵਿੱਚ ਵਿਚਰੋ, ਉਹ ਵਿਚਰਦੇ ਸੀ। ਇੱਕ ਵਾਰ ਦੀ ਗੱਲ ਆ ਕਿ ਗੁਰੂ ਰਾਮਦਾਸ ਜੀ ਦੇ ਚਾਚਾ ਜੀ ਦੇ ਪੁੱਤਰ ਸੀ ਜਿਹੜੇ ਸਰਹਾਰੀ ਮੱਲ, ਉਹ ਗੁਰੂ ਰਾਮਦਾਸ ਜੀ ਕੋਲ ਆਏ ਸੀ ਆਪਣੇ ਪੁੱਤਰ ਦੇ ਵਿਆਹ ਦਾ ਸੱਦਾ ਲੈ ਕੇ ਕਿ ਲਾਹੌਰ ਦੇ ਵਿੱਚ ਵਿਆਹ ਆ ਤੇ ਉਹ ਸੱਦਾ ਲੈ ਕੇ ਆਏ ਸੀ। ਪਰ ਗੁਰੂ ਰਾਮਦਾਸ ਜੀ ਉਸ ਸਮੇਂ ਦੇ ਵਿੱਚ ਸੰਤੋਖਸਰ ਤੇ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਕਰਾ ਰਹੇ ਸੀ। ਇਸ ਕਰਕੇ ਉਹਨਾਂ ਨੂੰ ਲੱਗਾ ਕਿ ਉਹ ਆਪਣੇ ਸੁਪੁੱਤਰ ਨੂੰ ਭੇਜ ਦਿੰਦੇ ਆ ਵਿਆਹ ਦੇ ਵਿੱਚ। ਸੋ ਉਹਨਾਂ ਨੇ ਪ੍ਰਿਥੀ ਚੰਦ ਨੂੰ ਬੁਲਾਇਆ ਤੇ ਪ੍ਰਿਥੀ ਚੰਦ ਨੂੰ ਕਿਹਾ ਕਿ ਤੁਸੀਂ ਲਾਹੌਰ ਜਾਓ ਤੇ ਵਿਆਹ ਜਿਹੜਾ ਆ ਉਹ ਅਟੈਂਡ ਕਰਕੇ ਆਓ। ਬਟ ਪ੍ਰਿਥੀ ਚੰਦ ਦਾ ਜਿਹੜਾ ਲਾਲਚ ਸੀ ਉਹ ਗੁਰਗੱਦੀ ਵੱਲ ਸੀ। ਸੋ ਪ੍ਰਿਥੀ ਚੰਦ ਨੂੰ ਲੱਗਿਆ ਕਿ ਮੈਨੂੰ ਲਾਹੌਰ ਦੇ ਵਿੱਚ ਭੇਜ ਕੇ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਤੇ ਸਥਾਪਿਤ ਕਰ ਦੇਣਾ ਆ। ਪ੍ਰਿਥੀ ਚੰਦ ਨੂੰ ਪਹਿਲਾਂ ਹੀ ਪਤਾ ਸੀ ਕਿ ਗੁਰੂ ਰਾਮਦਾਸ ਜੀ ਜ਼ਿਆਦਾ ਪਸੰਦ ਕਰਦੇ ਨੇ ਗੁਰੂ ਅਰਜਨ ਦੇਵ ਜੀ ਨੂੰ। ਸੋ ਉਹਨਾਂ ਨੂੰ ਲੱਗਾ ਕਿ ਮੈਨੂੰ ਲਾਹੌਰ ਦੇ ਵਿੱਚ ਭੇਜ ਕੇ ਪਿੱਛੋਂ ਗੁਰਗੱਦੀ ਤੇ ਗੁਰੂ ਅਰਜਨ ਦੇਵ ਜੀ ਨੂੰ ਨਾ ਬਿਠਾ ਦੇਣ। ਸੋ ਪ੍ਰਿਥੀ ਚੰਦ ਨੇ ਲਾਹੌਰ ਜਾਣ ਤੋਂ ਮਨਾ ਕਰ ਦਿੱਤਾ। ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਮਹਾਦੇਵ ਜੀ ਨੂੰ ਸੱਦਿਆ ਕਿ ਤੁਸੀਂ ਲਾਹੌਰ ਜਾ ਕੇ ਵਿਆਹ ਦੇ ਵਿੱਚ ਸ਼ਿਰਕਤ ਕਰੋ। ਬਟ ਮਹਾਦੇਵ ਜੀ ਨੇ ਅੱਗਿਓਂ ਬਿਲਕੁਲ ਹੀ ਮਨਾ ਕਰ ਦਿੱਤਾ ਕਿ ਇਹ ਜਿਹੜੀਆਂ ਦੀਨ ਦੁਨੀਆ ਦੀਆਂ ਚੀਜ਼ਾਂ ਨੇ, ਮੈਨੂੰ ਇਹਨਾਂ ਦੇ ਨਾਲ ਕੋਈ ਵਾਸਤਾ ਨਹੀਂ ਹੈ। ਜਿਹੜੇ ਰਿਸ਼ਤੇਦਾਰ ਨੇ, ਜਿਹੜੇ ਸਕੇ ਸੰਬੰਧੀ ਨੇ, ਇਹ ਕੁਝ ਵੀ ਨਹੀਂ ਹੁੰਦੇ। ਕੇਵਲ ਜਿਹੜਾ ਆ ਪਾਠ ਕਰਨਾ, ਪਾਠ ਪੂਜਾ ਕਰਨੀ ਹੈ, ਉਹੀ ਸਾਡੇ ਨਾਲ ਅੱਗੇ ਜਾਣਾ ਆ। ਸੋ ਸਾਧੂ ਬਿਰਤੀ ਹੋਣ ਕਰਕੇ ਉਹਨਾਂ ਨੇ ਵੀ ਵਿਆਹ ਦੇ ਵਿੱਚ ਜਾਣ ਤੋਂ ਮਨਾ ਕਰ ਦਿੱਤਾ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਗਿਆ। ਗੁਰੂ ਅਰਜਨ ਦੇਵ ਜੀ ਉਸ ਸਮੇਂ ਤੇ 12 ਕੁ ਸਾਲ ਦੇ ਸਨ। ਗੁਰੂ ਅਰਜਨ ਦੇਵ ਜੀ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਲਾਹੌਰ ਜਾ ਕੇ ਜਿਹੜਾ ਵਿਆਹ ਆ ਉਹਦੇ ਵਿੱਚ ਸ਼ਿਰਕਤ ਕਰੋ ਤੇ ਉਦੋਂ ਤੱਕ ਉੱਥੇ ਹੀ ਰਹਿਣਾ ਜਦੋਂ ਤੱਕ ਅਸੀਂ ਬੁਲਾਉਂਦੇ ਨਹੀਂ ਆ ਵਾਪਸ।
ਸੋ ਗੁਰੂ ਅਰਜਨ ਦੇਵ ਜੀ ਬਹੁਤ ਹੀ ਆਗਿਆਕਾਰੀ ਪੁੱਤਰ ਸਨ। ਸੋ ਉਹਨਾਂ ਨੇ ਗੁਰੂ ਰਾਮਦਾਸ ਜੀ ਦੀ ਗੱਲ ਮੰਨ ਕੇ ਲਾਹੌਰ ਵੱਲ ਨੂੰ ਚਾਲੇ ਪਾਏ। ਸੋ ਲਾਹੌਰ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜਾ ਵਿਆਹ ਸੀ ਉਹ ਅਟੈਂਡ ਕੀਤਾ ਤੇ ਉਹਦੇ ਬਾਅਦ ਵੀ ਉੱਥੇ ਹੀ ਰਹੇ। ਉਹਨਾਂ ਨੂੰ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਕਿ ਜਦੋਂ ਤੱਕ ਅਸੀਂ ਤੁਹਾਨੂੰ ਵਾਪਸ ਨਹੀਂ ਬੁਲਾਉਂਦੇ, ਤੁਹਾਨੂੰ ਵਾਪਸ ਬੁਲਾਉਣ ਲਈ ਸੱਦਾ ਨਹੀਂ ਭੇਜਦੇ, ਤੁਸੀਂ ਉੱਥੇ ਹੀ ਰਹੋਗੇ। ਸੋ ਗੁਰੂ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਹੀ ਰਹੇ। ਲਾਹੌਰ ਦੇ ਵਿੱਚ ਹੀ ਆਪਣਾ ਜਿਹੜਾ ਸਿੱਖ ਸੰਗਤਾਂ ਦੇ ਨਾਲ ਉਹ ਵਿਚਾਰ ਵਟਾਂਦਰਾ ਕਰਦੇ ਰਹਿੰਦੇ, ਉਹਨਾਂ ਨੂੰ ਸੰਦੇਸ਼ ਦਿੰਦੇ ਰਹਿੰਦੇ ਤੇ ਨਾਲ ਹੀ ਉਡੀਕਦੇ ਰਹਿੰਦੇ ਕਿ ਕਿਸ ਟਾਈਮ ਤੇ ਗੋਇੰਦਵਾਲ ਸਾਹਿਬ ਤੋਂ ਗੁਰੂ ਰਾਮਦਾਸ ਜੀ ਸੱਦਾ ਭੇਜਣਗੇ ਤੇ ਉਹ ਵਾਪਸ ਗੋਇੰਦਵਾਲ ਸਾਹਿਬ ਚਲੇ ਜਾਣਗੇ। ਬਟ ਬਹੁਤ ਸਮਾਂ ਬੀਤਦਾ ਗਿਆ, ਕੋਈ ਵੀ ਸੱਦਾ ਉਹਨਾਂ ਨੂੰ ਨਹੀਂ ਆਇਆ ਵਾਪਸ ਆਉਣ ਦਾ। ਸੋ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਇੱਕ ਪੱਤਰ ਲਿਖਿਆ ਗੁਰੂ ਰਾਮਦਾਸ ਜੀ ਦੇ ਨਾਮ ਤੇ ਕਿ ਉਹ ਗੁਰੂ ਜੀ ਤੋਂ ਵਿਛੜ ਕੇ ਬਹੁਤ ਹੀ ਬੇਚੈਨ ਹਨ ਤੇ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਇਹ ਖੱਤ ਜਿਹੜਾ ਆ ਕਿਸੇ ਮੈਸੇਂਜਰ ਦੇ ਹੱਥ ਗੋਇੰਦਵਾਲ ਸਾਹਿਬ ਭੇਜਿਆ। ਗੁਰੂ ਰਾਮਦਾਸ ਜੀ ਤੱਕ ਉਹ ਖੱਤ ਪਹੁੰਚਣ ਤੋਂ ਪਹਿਲਾਂ ਪ੍ਰਿਥੀ ਚੰਦ ਦੇ ਹੱਥ ਲੱਗ ਗਿਆ। ਸੋ ਪ੍ਰਿਥੀ ਚੰਦ ਨੇ ਮੈਸੇਂਜਰ ਨੂੰ ਕਿਹਾ ਕਿ ਉਹ ਆਪ ਹੀ ਜਿਹੜਾ ਖੱਤ ਆ ਉਹ ਗੁਰੂ ਰਾਮਦਾਸ ਜੀ ਨੂੰ ਪਹੁੰਚਾ ਦੇਣਗੇ, ਤੁਸੀਂ ਜਾਓ। ਸੋ ਪ੍ਰਿਥੀ ਚੰਦ ਨੇ ਉਹ ਖੱਤ ਆਪਣੇ ਕੋਲ ਹੀ ਰੱਖ ਲਿਆ ਤੇ ਗੁਰੂ ਰਾਮਦਾਸ ਤੱਕ ਇਹ ਗੱਲ ਵੀ ਨਾ ਪਹੁੰਚਾਈ ਕਿ ਗੁਰੂ ਅਰਜਨ ਦੇਵ ਜੀ ਨੇ ਕੋਈ ਖੱਤ ਲਿਖਿਆ ਆ। ਇਹ ਤੋਂ ਬਾਅਦ ਵੀ ਕਾਫੀ ਲੰਬਾ ਸਮਾਂ ਬੀਤ ਗਿਆ। ਗੁਰੂ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਹੀ ਇੰਤਜ਼ਾਰ ਕਰਦੇ ਰਹੇ ਤੇ ਨਾਲ ਹੀ ਉੱਥੇ ਗੁਰਬਾਣੀ ਕੀਰਤਨ ਕਰਦੇ ਰਹੇ, ਸਿੱਖ ਸੰਗਤਾਂ ਦੇ ਨਾਲ ਵੀ ਵਿਚਰਦੇ ਰਹੇ। ਕਾਫੀ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਲੱਗਾ ਕਿ ਇਹ ਖੱਤ ਦਾ ਕੋਈ ਜਵਾਬ ਨਹੀਂ ਆਇਆ ਤਾਂ ਉਹਨਾਂ ਨੇ ਇੱਕ ਦੂਸਰਾ ਖੱਤ ਲਿਖਿਆ। ਦੂਸਰਾ ਖੱਤ ਵੀ ਇਸੇ ਤਰ੍ਹਾਂ ਹੀ ਮੈਸੇਂਜਰ ਦੇ ਹੱਥ ਭੇਜਿਆ, ਉਹ ਵੀ ਪ੍ਰਿਥੀ ਚੰਦ ਦੇ ਹੱਥ ਲੱਗ ਗਿਆ। ਪ੍ਰਿਥੀ ਚੰਦ ਪਹਿਲਾਂ ਹੀ ਇੰਤਜ਼ਾਰ ਕਰ ਰਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਇੱਕ ਹੋਰ ਖੱਤ ਭੇਜਣਗੇ। ਸੋ ਪ੍ਰਿਥੀ ਚੰਦ ਨੇ ਉਹ ਵੀ ਖੱਤ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਗੁਰੂ ਰਾਮਦਾਸ ਜੀ ਤੱਕ ਕੋਈ ਵੀ ਗੱਲ ਨਾ ਪਹੁੰਚਾਈ। ਪ੍ਰਿਥੀ ਚੰਦ ਦੇ ਇਸ ਖੱਤ ਰੱਖਣ ਤੋਂ ਬਾਅਦ ਵੀ ਕਾਫੀ ਲੰਬਾ ਸਮਾਂ ਤੱਕ ਗੁਰੂ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਹੀ ਰਹੇ ਤੇ ਇੰਤਜ਼ਾਰ ਕਰਦੇ ਰਹੇ ਕਿ ਕਦੋਂ ਉਹਨਾਂ ਨੂੰ ਸੁਨੇਹਾ ਆਏਗਾ ਤੇ ਉਹ ਗੋਇੰਦਵਾਲ ਸਾਹਿਬ ਜਾਣ, ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ। ਬਟ ਕਾਫੀ ਲੰਬਾ ਸਮਾਂ ਬੀਤ ਗਿਆ, ਗੁਰੂ ਅਰਜਨ ਦੇਵ ਜੀ ਨੂੰ ਕੋਈ ਪੱਤਰ ਨਹੀਂ ਆਇਆ। ਇਸੇ ਸਮੇਂ ਦੇ ਵਿੱਚ ਹੀ ਲਾਹੌਰ ਦੇ ਵਿੱਚ ਰਹਿੰਦਿਆਂ ਗੁਰੂ ਅਰਜਨ ਦੇਵ ਜੀ ਸਾਈਂ ਮੀਆਂ ਮੀਰ ਜੀ ਨੂੰ ਵੀ ਮਿਲੇ ਤੇ ਉਹਨਾਂ ਦੇ ਨਾਲ ਵੀ ਦੋਸਤੀ ਬਣੀ ਉਹਨਾਂ ਦੀ। ਇਸ ਤੋਂ ਬਾਅਦ ਕਾਫੀ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਇੱਕ ਤੀਜਾ ਖੱਤ ਲਿਖਿਆ ਤੇ ਤੀਜੇ ਖੱਤ ਦੇ ਨਾਲ ਉਹਨਾਂ ਨੇ ਮੈਸੇਂਜਰ ਨੂੰ ਇਹ ਕਿਹਾ ਕਿ ਇਹ ਖੱਤ ਤੁਸੀਂ ਨਿੱਜੀ ਤੌਰ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਪਹੁੰਚਾ ਕੇ ਆਉਣਾ ਹੈ। ਸੋ ਤੀਜਾ ਖੱਤ ਜਦੋਂ ਗੁਰੂ ਰਾਮਦਾਸ ਜੀ ਕੋਲ ਪਹੁੰਚਾਇਆ ਗਿਆ, ਸੋ ਗੁਰੂ ਅਰਜਨ ਦੇਵ ਜੀ ਨੇ ਤੀਜੇ ਖੱਤ ਦੇ ਵਿੱਚ ਹੀ ਲਿਖਿਆ ਸੀ ਕਿ ਮੈਂ ਤੀਜਾ ਪੱਤਰ ਭੇਜ ਰਿਹਾ ਹਾਂ, ਪਹਿਲਾਂ ਵੀ ਮੈਂ 2 ਪੱਤਰ ਭੇਜ ਚੁੱਕਿਆ ਹਾਂ, ਆਪ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਗੁਰੂ ਰਾਮਦਾਸ ਜੀ ਨੇ ਜਦੋਂ ਪੱਤਰ ਪੜ੍ਹਿਆ ਤਾਂ ਉਹਨਾਂ ਨੇ ਮੈਸੇਂਜਰ ਨੂੰ ਪੁੱਛਿਆ ਕਿ ਪਹਿਲੇ 2 ਪੱਤਰ ਕਿੱਥੇ ਨੇ, ਤਾਂ ਮੈਸੇਂਜਰ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਉਹ ਪ੍ਰਿਥੀ ਚੰਦ ਦੇ ਕੋਲ ਨੇ। ਸੋ ਪ੍ਰਿਥੀ ਚੰਦ ਨੂੰ ਬੁਲਾਇਆ ਗਿਆ ਤੇ ਪ੍ਰਿਥੀ ਚੰਦ ਨੇ ਬਿਲਕੁਲ ਹੀ ਮਨਾ ਕਰ ਦਿੱਤਾ ਕਿ ਉਹਨਾਂ ਨੂੰ ਇਹਨਾਂ ਪੱਤਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤਾਂ ਗੁਰੂ ਰਾਮਦਾਸ ਜੀ ਨੇ ਆਪਣੇ ਸੇਵਕ ਭੇਜ ਕੇ ਪ੍ਰਿਥੀ ਚੰਦ ਜੀ ਦਾ ਕਮਰਾ ਜਿਹੜਾ ਆ ਉਹਨੂੰ ਫਰੋਲਿਆ ਤਾਂ ਪੱਤਰ ਜਿਹੜੇ ਨੇ ਉਹਨਾਂ ਦੇ ਵਿੱਚੋਂ ਲੱਭ ਗਏ। ਇਸ ਤੇ ਗੁਰੂ ਰਾਮਦਾਸ ਜੀ ਪ੍ਰਿਥੀ ਚੰਦ ਤੋਂ ਬਹੁਤ ਹੀ ਨਿਰਾਸ਼ ਹੋਏ। ਇਹ ਸਭ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਲਾਹੌਰ ਜਾਓ, ਲਾਹੌਰ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਗੋਇੰਦਵਾਲ ਸਾਹਿਬ ਲੈ ਕੇ ਆਓ। ਤਾਂ ਬਾਬਾ ਬੁੱਢਾ ਜੀ ਲਾਹੌਰ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਆਉਂਦੇ ਨੇ। ਗੁਰੂ ਅਰਜਨ ਦੇਵ ਜੀ ਨੇ ਇੰਨਾ ਕਿ ਇੰਤਜ਼ਾਰ ਕੀਤਾ ਸੀ ਕਿ ਉਹਨਾਂ ਨੇ ਹੁਣ ਉਮੀਦ ਹੀ ਛੱਡ ਦਿੱਤੀ ਸੀ ਕਿ ਕੋਈ ਮੈਨੂੰ ਲੈਣ ਆਏਗਾ। ਗੁਰੂ ਅਰਜਨ ਦੇਵ ਜੀ ਇੰਨਾ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਗੋਇੰਦਵਾਲ ਸਾਹਿਬ ਆਉਂਦੇ ਨੇ, ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਦੇ ਨੇ ਤਾਂ ਉਹਨਾਂ ਦੇ ਪੈਰਾਂ ਦੇ ਵਿੱਚ ਹੀ ਡਿੱਗ ਪੈਂਦੇ ਨੇ, ਰੋਣ ਲੱਗ ਜਾਂਦੇ ਨੇ ਤੇ ਕਹਿੰਦੇ ਨੇ ਕਿ ਬਹੁਤ ਲੰਬਾ ਸਮਾਂ ਉਹਨਾਂ ਨੂੰ ਗੁਰੂ ਤੋਂ ਵਿਛੋੜਾ ਰਿਹਾ ਆ, ਬਹੁਤ ਲੰਬਾ ਸਮਾਂ ਗੁਰੂ ਨਾਲੋਂ ਵਿਛੜ ਕੇ ਰਹਿਣਾ ਪਿਆ ਆ। ਸੋ ਪਰਮਾਤਮਾ ਦਾ ਸ਼ੁਕਰ ਕਰਦੇ ਨੇ। ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਨੂੰ ਚੁੱਕਦੇ ਨੇ ਤੇ ਉੱਥੇ ਹੀ ਸੰਗਤਾਂ ਦੇ ਵਿੱਚ ਜਿਹੜਾ ਆ ਉਹ ਡਿਕਲੇਅਰ ਕਰ ਦਿੰਦੇ ਨੇ ਕਿ ਅਗਲੇ ਜਿਹੜੇ ਸਿੱਖਾਂ ਦੇ ਗੁਰੂ ਹੋਣਗੇ ਉਹ ਗੁਰੂ ਅਰਜਨ ਦੇਵ ਜੀ ਹੋਣਗੇ। ਸੋ ਇਹ ਕਹਿਣ ਤੋਂ ਬਾਅਦ 1581 ਦੇ ਵਿੱਚ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਜਾਂਦੇ ਨੇ। ਜਦੋਂ ਇਸ ਖਬਰ ਦਾ ਪਤਾ ਪ੍ਰਿਥੀ ਚੰਦ ਨੂੰ ਲੱਗਦਾ ਹੈ ਕਿ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਅਗਲੇ ਗੁਰੂ ਨਿਯੁਕਤ ਕਰ ਦਿੱਤਾ ਆ ਤਾਂ ਉਹ ਗੁੱਸੇ ਦੇ ਨਾਲ ਭਰ ਜਾਂਦਾ ਆ। ਉਹਨਾਂ ਦੇ ਪ੍ਰਤੀ ਜਿਹੜਾ ਗੁੱਸਾ ਆ, ਜਿਹੜਾ ਜ਼ਹਿਰ ਆ, ਉਹ ਬਹੁਤ ਭਰ ਜਾਂਦਾ ਆ ਪ੍ਰਿਥੀ ਚੰਦ ਦੇ ਵਿੱਚ ਤੇ ਉਹ ਬਹੁਤ ਕੋਸ਼ਿਸ਼ਾਂ ਕਰਦਾ ਆ ਕਿ ਗੁਰੂ ਅਰਜਨ ਦੇਵ ਜੀ ਨੂੰ ਨੀਵਾਂ ਦਿਖਾਇਆ ਜਾਵੇ। ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਕ ਜਿਹੜੀ ਪਗੜੀ ਦੀ ਰਸਮ ਹੁੰਦੀ ਆ ਕਿ ਘਰ ਦੇ ਜਿਹੜੇ ਵੱਡੇ ਬੇਟੇ ਨੇ ਉਹਨੂੰ ਪਗੜੀ ਪਹਿਨਾਈ ਜਾਂਦੀ ਆ। ਸੋ ਗੁਰੂ ਅਮਰਦਾਸ ਜੀ ਦੇ ਜਿਹੜੇ ਸੁਪੁੱਤਰ ਨੇ ਮੋਹਰੀ ਜੀ, ਉਹ ਆਉਂਦੇ ਨੇ ਪਗੜੀ ਭੇਂਟ ਕਰਦੇ ਨੇ ਗੁਰੂ ਅਰਜਨ ਦੇਵ ਜੀ ਨੂੰ। ਇਸ ਤੇ ਵੀ ਪ੍ਰਿਥੀ ਚੰਦ ਬਹੁਤ ਨਿਰਾਸ਼ ਹੁੰਦਾ ਆ, ਮੈਂ ਜਿਹੜਾ ਆ ਵੱਡਾ ਸੁਪੁੱਤਰ ਆ, ਪਗੜੀ ਮੇਰੀ ਬਣਦੀ ਸੀ। ਜਦੋਂ ਇਸ ਗੱਲ ਦਾ ਪਤਾ ਗੁਰੂ ਅਰਜਨ ਦੇਵ ਜੀ ਨੂੰ ਚੱਲਦਾ ਆ ਕਿ ਪ੍ਰਿਥੀ ਚੰਦ ਜੀ ਪਗੜੀ ਦੀ ਰਸਮ ਤੋਂ ਇੰਨਾ ਨਿਰਾਸ਼ ਨੇ ਤਾਂ ਉਹ ਪਗੜੀ ਲੈ ਕੇ ਜਾਂਦੇ ਨੇ, ਪ੍ਰਿਥੀ ਚੰਦ ਜੀ ਨੂੰ ਦੇ ਦਿੰਦੇ ਨੇ ਕਿ ਆਪ ਹੀ ਪਗੜੀ ਦੇ ਹੱਕਦਾਰ ਹੋ, ਆਪ ਹੀ ਪਗੜੀ ਰੱਖੋ। ਸੋ ਪ੍ਰਿਥੀ ਚੰਦ ਦੀ ਇੰਨੀ ਨਫ਼ਰਤ ਦੇਖ ਕੇ ਗੁਰੂ ਅਰਜਨ ਦੇਵ ਜੀ ਫੈਸਲਾ ਕਰਦੇ ਨੇ ਗੋਇੰਦਵਾਲ ਸਾਹਿਬ ਛੱਡਣ ਦਾ ਤੇ ਜਾ ਕੇ ਗੁਰੂ ਰਾਮਦਾਸ ਜੀ ਦੇ ਜਿਹੜੇ ਰਹਿੰਦੇ ਕੰਮ ਸੀ, ਸਰੋਵਰਾਂ ਦੀ ਖੁਦਾਈ ਸੀ, ਉਹਨਾਂ ਨੂੰ ਪੱਕਾ ਕਰਾਉਣਾ ਸੀ,
ਉਹਦੇ ਕੰਮ ਦੇ ਵਿੱਚ ਲੱਗ ਜਾਂਦੇ ਨੇ ਤਾਂ ਕਿ ਪ੍ਰਿਥੀ ਚੰਦ ਦੇ ਨਾਲ ਜਿਹੜਾ ਆ ਹੋਰ ਕੋਈ ਲੜਾਈ ਨਾ ਹੋਵੇ। ਗੁਰੂ ਅਰਜਨ ਦੇਵ ਜੀ ਜਦੋਂ ਸੰਤੋਖਸਰ ਸਰੋਵਰ ਦੀ ਖੁਦਾਈ ਕਰਾ ਰਹੇ ਸਨ ਤਾਂ ਖੁਦਾਈ ਕਰਦੇ ਕਰਦੇ ਥੱਲੇ ਉਹਨਾਂ ਨੂੰ ਇੱਕ ਹੱਟ ਮਿਲਿਆ। ਹੱਟ ਦੇ ਵਿੱਚ ਇੱਕ ਜੋਗੀ ਬੈਠਾ ਸੀ। ਸੋ ਕਲਯੁਗ ਦਾ ਬੈਠਾ ਹੋਇਆ ਜੋਗੀ ਸੀ। ਜੋਗੀ ਨੂੰ ਜਦੋਂ ਉਠਾਇਆ ਗਿਆ ਤਾਂ ਉਹ ਸੁਰਤ ਦੇ ਵਿੱਚ ਆਇਆ ਤਾਂ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ ਤੇ ਉਹਨੇ ਦੱਸਿਆ ਕਿ ਉਹ ਕਲਯੁਗ ਦੇ ਸਮੇਂ ਤੋਂ ਹੀ ਇੱਥੇ ਬੈਠਾ ਆ ਤੇ ਕਲਯੁਗ ਦੇ ਸਮੇਂ ਤੋਂ ਹੀ ਉਹਨੂੰ ਪਤਾ ਆ ਕਿ ਉਹਨਾਂ ਦੀ ਜਿਹੜੀ ਮੁਕਤੀ ਆ ਉਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਦੇ ਨਾਲ ਹੀ ਹੋਣੀ ਆ। ਸੋ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਛੇਤੀ ਜਿਹੜਾ ਜੋਗੀ ਸੀ ਉਹ ਆਪਣੇ ਸਵਾਸ ਤਿਆਗ ਗਿਆ। ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਸੰਤੋਖਸਰ ਵੀ ਆ ਤੇ ਇਹ ਜਿਹੜੀ ਹਿਸਟਰੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲਿਖੀ ਹੋਈ ਆ। ਗੁਰੂ ਅਰਜਨ ਦੇਵ ਜੀ ਦਾ ਵਿਆਹ 1579 ਈਸਵੀ ਦੇ ਵਿੱਚ ਮਾਤਾ ਗੰਗਾ ਜੀ ਦੇ ਨਾਲ ਹੋਇਆ। ਮਾਤਾ ਗੰਗਾ ਜੀ ਸੁਪੁੱਤਰੀ ਸਨ ਸ਼੍ਰੀ ਕ੍ਰਿਸ਼ਨਾ ਚੰਦਰਾ ਜੀ ਦੇ, ਜਿਹੜੇ ਕਿ ਜਲੰਧਰ ਦੇ ਨੇੜੇ ਮਨ ਪਿੰਡ ਦੇ ਵਸਨੀਕ ਸਨ। ਮਾਤਾ ਗੰਗਾ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਅਜੇ ਕੋਈ ਸੁਪੁੱਤਰ ਨਹੀਂ ਸੀ ਤੇ ਪ੍ਰਿਥੀ ਚੰਦ ਜੀ ਨੇ ਐਲਾਨ ਦਿੱਤਾ ਕਿ ਸਿੱਖਾਂ ਦੇ ਅਗਲੇ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਪ੍ਰਿਥੀ ਚੰਦ ਦਾ ਜਿਹੜਾ ਸੁਪੁੱਤਰ ਆ ਮਿਹਰਬਾਨ ਉਹ ਹੋਏਗਾ। ਇਹ ਗੱਲ ਸੁਣ ਕੇ ਮਾਤਾ ਗੰਗਾ ਜੀ ਦੇ ਮਨ ਨੂੰ ਕਾਫੀ ਠੇਸ ਲੱਗੀ ਤੇ ਉਹਨਾਂ ਨੇ ਵੀ ਗੁਰੂ ਅਰਜਨ ਦੇਵ ਜੀ ਨੂੰ ਸੰਤਾਨ ਦੀ ਖੁਆਇਸ਼ ਰੱਖੀ। ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਇਹ ਆਸ਼ੀਰਵਾਦ ਬਾਬਾ ਬੁੱਢਾ ਜੀ ਦੇ ਸਕਦੇ ਨੇ, ਤੁਸੀਂ ਬਾਬਾ ਬੁੱਢਾ ਜੀ ਦੇ ਕੋਲੋਂ ਆਸ਼ੀਰਵਾਦ ਲੈ ਕੇ ਆਓ। ਮਾਤਾ ਗੰਗਾ ਜੀ ਆਪਣੇ ਸੇਵਕਾਂ ਨੂੰ ਲੈ ਕੇ ਬਹੁਤ ਸਾਰੇ ਭੋਜਨ ਪਕਵਾ ਕੇ ਗਏ ਬਾਬਾ ਬੁੱਢਾ ਜੀ ਦੇ ਪਾਸ, ਬਟ ਬਾਬਾ ਬੁੱਢਾ ਜੀ ਨੇ ਕੋਈ ਵੀ ਆਸ਼ੀਰਵਾਦ ਨਾ ਦਿੱਤਾ। ਇਹ ਗੱਲ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਦੱਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਕਿ ਸਾਦੇ ਕੱਪੜਿਆਂ ਦੇ ਵਿੱਚ ਸਾਦਾ ਭੋਜਨ ਜਿਹੜਾ ਹੈ ਉਹ ਲੈ ਕੇ ਜਾਓ। ਸੋ ਇਸ ਤੋਂ ਬਾਅਦ ਮਾਤਾ ਗੰਗਾ ਜੀ ਨੇ ਆਪ ਆਪਣੇ ਹੱਥੀਂ ਮਿੱਸੇ ਪ੍ਰਸ਼ਾਦੇ ਲੈ ਕੇ ਟੋਕਰੀ ਸਿਰ ਤੇ ਰੱਖ ਕੇ ਬਾਬਾ ਬੁੱਢਾ ਜੀ ਪਾਸ ਗਏ ਤਾਂ ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛਕਦੇ ਛਕਦੇ ਗੰਢਾ ਭੰਨਦੇ ਹੋਏ ਆਸ਼ੀਰਵਾਦ ਦਿੱਤਾ ਮਾਤਾ ਗੰਗਾ ਜੀ ਨੂੰ ਕਿ ਉਹਨਾਂ ਦੇ ਘਰ ਇਹੋ ਜਿਹਾ ਸੁਪੁੱਤਰ ਹੋਏਗਾ ਜਿਵੇਂ ਅਸੀਂ ਗੰਢਾ ਭੰਨ ਰਹੇ ਹਾਂ ਮੁੱਕੀ ਦੇ ਨਾਲ, ਇਸੇ ਤਰ੍ਹਾਂ ਹੀ ਉਹ ਦੁਸ਼ਮਣਾਂ ਦੇ ਸਿਰ ਭੰਨੇਗਾ। ਪ੍ਰਿਥੀ ਚੰਦ ਦੇ ਅੰਦਰ ਇੰਨਾ ਗੁੱਸਾ ਭਰਿਆ ਸੀ ਕਿ ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਜੀ ਨੂੰ ਕਤਲ ਕਰਾਉਣ ਦੀ ਜਿਹੜੀ ਆ ਯੋਜਨਾ ਬਣਾਈ ਤੇ ਮੁਗਲ ਜਿਹੜਾ ਇੱਕ ਸੁਲੀ ਖਾਨ ਨੂੰ ਲਿਆ ਕੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਭੜਕਾਇਆ ਤੇ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਤੇ ਹਮਲਾ ਕਰਨ ਲਈ ਕਿਹਾ ਗਿਆ। ਇਸ ਹਮਲੇ ਦੀ ਜਿਹੜੀ ਜਾਣਕਾਰੀ ਆ ਉਹ ਸਿੱਖ ਸੰਗਤਾਂ ਨੂੰ ਪਹਿਲਾਂ ਹੀ ਲੱਗ ਗਈ ਸੀ। ਸਿੱਖ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਸੁਲੀ ਖਾਨ ਤੁਹਾਡੇ ਤੇ ਹਮਲਾ ਕਰਨ ਆ ਰਿਹਾ ਆ ਪ੍ਰਿਥੀ ਚੰਦ ਦੇ ਕਹਿਣ ਤੇ, ਤੁਸੀਂ ਸੁਲੀ ਖਾਨ ਦੇ ਨਾਲ ਗੱਲ ਕਰੋ ਜਾਂ ਸੁਲੀ ਖਾਨ ਦੇ ਅਗੇਂਸਟ ਸਾਨੂੰ ਦੱਸੋ, ਅਸੀਂ ਉਹਦੇ ਅਗੇਂਸਟ ਜਾ ਕੇ ਉੱਤੇ ਹਮਲਾ ਕਰ ਦਈਏ। ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਅਸੀਂ ਕੁਝ ਵੀ ਨਹੀਂ ਕਰਨਾ, ਜੋ ਵੀ ਕਰਨਾ ਹੈ ਪਰਮਾਤਮਾ ਨੇ ਕਰਨਾ ਆ। ਇੱਥੇ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਵੀ ਉਚਾਰੇ ਕਿ ਤਾਤੀ ਵਾਵ ਨਾ ਲਾਗੇ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਸੋ ਜਦੋਂ ਪ੍ਰਿਥੀ ਚੰਦ ਸੁਲੀ ਖਾਨ ਨੂੰ ਆਪਣੇ ਨਾਲ ਲੈ ਕੇ ਆ ਰਿਹਾ ਸੀ ਤਾਂ ਸੁਲੀ ਖਾਨ ਦਾ ਜਿਹੜਾ ਘੋੜਾ ਆ ਆਪਣੇ ਆਪ ਹੀ ਡਰ ਕੇ ਇੱਕ ਭੱਠੇ ਦੇ ਵਿੱਚ ਜਾ ਡਿੱਗਾ ਤੇ ਭੱਠੇ ਦੀ ਅੱਗ ਦੇ ਨਾਲ ਸੁਲੀ ਖਾਨ ਤੇ ਉਹਦਾ ਘੋੜਾ ਜਿਹੜਾ ਆ ਉਹ ਦੋਵੇਂ ਸੜ ਕੇ ਸੁਆਹ ਹੋ ਗਏ। ਇਸ ਤਰ੍ਹਾਂ ਜਿਹੜਾ ਹਮਲਾ ਸੀ ਗੁਰੂ ਸਾਹਿਬ ਤੋਂ ਹੋਣੋਂ ਬਚ ਗਿਆ। ਗੁਰੂ ਸਾਹਿਬ ਇੰਨੇ ਪਰੇਸ਼ਾਨ ਹੋਏ ਕਿ ਉਹਨਾਂ ਦਾ ਭਰਾ ਹੀ ਉਹਨਾਂ ਨੂੰ ਮਾਰਨਾ ਚਾਹੁੰਦਾ ਆ, ਉਹਨਾਂ ਦੀ ਜਾਨ ਦਾ ਦੁਸ਼ਮਣ ਬਣਿਆ ਆ। ਤਾਂ ਗੁਰੂ ਸਾਹਿਬ ਅੰਮ੍ਰਿਤਸਰ ਛੱਡ ਕੇ ਲਾਗੇ ਇੱਕ ਪਿੰਡ ਵਡਾਲੀ ਵਿਖੇ ਜਾ ਕੇ ਰਹਿਣ ਲੱਗ ਪਏ। ਗੁਰੂ ਸਾਹਿਬ ਨੂੰ ਇੱਕ ਦਿਨ ਉਸ ਇਲਾਕੇ ਦੇ ਵਿੱਚ ਰਹਿੰਦਿਆਂ ਪਤਾ ਲੱਗਿਆ ਕਿ ਇਸ ਇਲਾਕੇ ਦੇ ਵਿੱਚ ਪਾਣੀ ਦੀ ਕਾਫੀ ਘਾਟ ਆ, ਜਿਹਦੇ ਕਰਕੇ ਸਿੰਚਾਈ ਜਿਹੜੀ ਆ ਉਹ ਨਹੀਂ ਹੁੰਦੀ, ਫਸਲਾਂ ਜਿਹੜੀਆਂ ਨੇ ਕਾਫੀ ਖਰਾਬ ਹੋ ਜਾਂਦੀਆਂ ਨੇ। ਤਾਂ ਗੁਰੂ ਸਾਹਿਬ ਨੇ ਇੱਕ ਬਹੁਤ ਵੱਡਾ ਜਿਹੜਾ ਖੂਹ ਆ ਉਹਦੀ ਸੇਵਾ ਸ਼ੁਰੂ ਕਰਵਾਈ। ਉਹ ਖੂਹ ਇੰਨਾ ਵੱਡਾ ਸੀ ਕਿ ਉਹਦੇ ਵਿੱਚ 6 ਜਿਹੜੀਆਂ ਟਿੰਡਾਂ ਸੀ ਉਹ ਇੱਕੇ ਵਾਰੀ ਚੱਲ ਸਕਦੀਆਂ ਸੀ। 6 ਪਰਸ਼ੀਅਨ ਵੀਲ ਹੁੰਦੇ ਨੇ ਜਿਹੜੇ ਉਹ ਇੱਕੋ ਵਾਰੀ ਚੱਲ ਸਕਦੇ ਸੀ। ਇਸੇ ਕਰਕੇ ਇਸ ਜਗ੍ਹਾ ਦਾ ਨਾਂ ਜਿਹੜਾ ਆ ਉਹ ਛੇਹਾਟਾ ਪਿਆ। ਛੇ ਮਤਲਬ 6, ਛੇਹਾਟਾ ਮਤਲਬ ਜਿਹੜੇ ਘੁੰਮਣ ਵਾਲੇ ਵੀਲਸ ਹੁੰਦੇ ਨੇ ਪਰਸ਼ੀਅਨ ਵੀਲ, ਉਹਨਾਂ ਨੂੰ ਹਾਟਾ ਕਹਿੰਦੇ ਨੇ। ਸੋ ਇਹ ਖੂਹ ਦੇ ਨਾਲ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਛੇਹਾਟਾ ਸਾਹਿਬ। ਸੋ ਛੇਹਾਟਾ ਸਾਹਿਬ ਗੁਰਦੁਆਰਾ ਵੀ ਮੌਜੂਦ ਆ ਜਿਹਨੂੰ ਕਿ ਗੁਰੂ ਸਾਹਿਬ ਦੀ ਸ਼ੋਅ ਪ੍ਰਾਪਤ ਆ। ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਘਰ ਸੁਪੁੱਤਰ ਪੈਦਾ ਹੋਇਆ। ਸੁਪੁੱਤਰ ਦਾ ਨਾਂ ਹਰਗੋਬਿੰਦ ਰੱਖਿਆ ਗਿਆ, ਜਿਹੜੇ ਕਿ ਅੱਗੇ ਚੱਲ ਕੇ ਸਿੱਖਾਂ ਦੇ 6ਵੇਂ ਗੁਰੂ ਬਣੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਇਹ ਗੱਲ ਦਾ ਪਤਾ ਜਦੋਂ ਪ੍ਰਿਥੀ ਚੰਦ ਨੂੰ ਲੱਗਾ ਕਿ ਇਹਨਾਂ ਦੇ ਘਰ ਸੁਪੁੱਤਰ ਪੈਦਾ ਹੋਇਆ ਤਾਂ ਪ੍ਰਿਥੀ ਚੰਦ ਨੇ ਬਹੁਤ ਸਾਰੇ ਹਮਲੇ ਕਰਵਾਏ ਗੁਰੂ ਹਰਗੋਬਿੰਦ ਸਾਹਿਬ ਤੇ। ਪਹਿਲਾ ਹਮਲਾ ਉਹਨੇ ਕਰਾਇਆ, ਦਾਈ ਨੂੰ ਖਰੀਦ ਕੇ ਨਿਪਲਾਂ ਦੇ ਉੱਪਰ ਜ਼ਹਿਰ ਲਾ ਕੇ ਜ਼ਹਿਰੀਲਾ ਦੁੱਧ ਪਿਉਣ ਲਈ ਕਿਹਾ ਗਿਆ। ਬਟ ਇਸ ਤੋਂ ਪਹਿਲਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਦੁੱਧ ਪੀਂਦੇ, ਦਾਈ ਆਪ ਹੀ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਪ੍ਰਿਥੀ ਚੰਦ ਨੇ ਇੱਕ ਸਪੇਰੇ ਨੂੰ ਭੇਜਿਆ, ਸਪੇਰੇ ਨੂੰ ਸੱਪ ਭੇਜ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਹਮਲਾ ਕਰਾਉਣ ਲਈ ਕਿਹਾ ਗਿਆ। ਬਟ ਸੱਪ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੁਝ ਨਹੀਂ ਕਿਹਾ ਤੇ ਉਹਨਾਂ ਦੇ ਲਾਗੇ ਜਿਹੜਾ ਆ ਸ਼ਾਂਤੀ ਦੇ ਨਾਲ ਬੈਠਾ ਰਿਹਾ। ਇਸ ਤੋਂ ਬਾਅਦ ਵੀ ਪ੍ਰਿਥੀ ਚੰਦ ਨਾ ਟਲਿਆ ਤੇ ਗੁਰੂ ਸਾਹਿਬ ਦੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਖਾਣਾ ਨਹੀਂ ਖਾਧਾ ਤੇ ਉਹਨੂੰ ਸੁੱਟ ਦਿੱਤਾ, ਜਿਹੜਾ ਕਿ ਸੁੱਟਿਆ ਹੋਇਆ ਖਾ ਕੇ ਇੱਕ ਬਿੱਲੀ ਜਿਹੜੀ ਆ ਉਹ ਖਾ ਕੇ ਉੱਥੇ ਮਰ ਗਈ। ਇਸ ਤੋਂ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਿਆ ਕਿ ਖਾਣੇ ਦੇ ਵਿੱਚ ਜ਼ਹਿਰ ਮਿਲਾਇਆ ਗਿਆ ਸੀ
ਤੇ ਪ੍ਰਿਥੀ ਚੰਦ ਨੇ ਜ਼ਹਿਰ ਮਿਲਾਇਆ ਆ। ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਬਹੁਤ ਹੀ ਨਿਰਾਸ਼ ਹੋਏ ਕਿ ਆਪਣੇ ਘਰ ਦਾ ਹੀ ਜਿਹੜਾ ਭਰਾ ਆ ਉਹਨਾਂ ਦਾ, ਉਹੀ ਉਹਨਾਂ ਦੇ ਸਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਆ। ਗੁਰੂ ਹਰਗੋਬਿੰਦ ਸਾਹਿਬ ਤੇ ਇਹਨਾਂ ਹਮਲਿਆਂ ਤੋਂ ਬਾਅਦ ਵੀ ਪ੍ਰਿਥੀ ਚੰਦ ਜਿਹੜਾ ਹੈ ਉਹ ਨਾ ਟਲਿਆ ਤੇ ਗੁਰੂ ਅਰਜਨ ਦੇਵ ਜੀ ਦੀ ਅੰਮ੍ਰਿਤਸਰ ਵਿਖੇ ਅਣਹੋਂਦ ਦਾ ਜਿਹੜਾ ਹੈ ਫਾਇਦਾ ਚੁੱਕਣ ਲੱਗ ਪਿਆ। ਪ੍ਰਿਥੀ ਚੰਦ ਆਪਣੇ ਹੀ ਸ਼ਬਦ ਜਿਹੜੇ ਨੇ ਉਚਾਰਨ ਲੱਗ ਗਿਆ, ਬਾਣੀ ਦੇ ਵਿੱਚ ਮਿਲਾਵਟ ਕਰਨ ਲੱਗ ਗਿਆ। ਇਸ ਗੱਲ ਦਾ ਪਤਾ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਲੱਗਾ ਤਾਂ ਉਹਨਾਂ ਨੇ ਆਪਣੇ ਕੁਝ ਜਿਹੜੇ ਨਜ਼ਦੀਕੀ ਸਿੱਖ ਸਨ, ਭਾਈ ਪਿਆਰਾ ਜੀ ਤੇ ਆਪ ਵੀ ਖਡੂਰ ਸਾਹਿਬ, ਕਰਤਾਰਪੁਰ ਸਾਹਿਬ, ਗੋਇੰਦਵਾਲ ਸਾਹਿਬ ਜਾ ਕੇ ਜਿੰਨੀ ਵੀ ਸਿੱਖਾਂ ਦੀ ਬਾਣੀ ਸੀ ਉਹ ਸਾਰੀ ਇਕੱਠੀ ਕੀਤੀ ਤੇ ਉਹਨਾਂ ਨੂੰ ਕੰਪਾਈਲ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਇਕੱਠਿਆਂ ਕਰਨਾ ਸ਼ੁਰੂ ਕੀਤਾ। ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਇਕੱਠੀ ਕਰਕੇ ਉਹਨੂੰ ਰਾਗਾਂ ਦੇ ਵਿੱਚ ਡਿਵਾਈਡ ਕਰਕੇ ਪੋਥੀ ਸਾਹਿਬ ਦੇ ਵਿੱਚ ਉਹਨੂੰ ਜਿਹੜਾ ਕੰਪਾਈਲ ਕੀਤਾ। ਸੋ ਸਿੱਖਾਂ ਦਾ ਜਿਹੜਾ ਪਹਿਲਾ ਗ੍ਰੰਥ ਸੀ, ਆਦਿ ਗ੍ਰੰਥ, ਉਹ ਗੁਰੂ ਅਰਜਨ ਦੇਵ ਜੀ ਨੇ ਹੀ ਤਿਆਰ ਕਰਵਾਇਆ ਸੀ, ਜਿਹਨੂੰ ਕਿ ਪੋਥੀ ਸਾਹਿਬ ਕਿਹਾ ਜਾਣ ਲੱਗਾ। ਸੋ ਪੋਥੀ ਸਾਹਿਬ ਨੂੰ 1604 ਦੇ ਵਿੱਚ ਜਿਹੜਾ ਆ ਉਹ ਸੰਪੂਰਨ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਜਦੋਂ ਹਰਿਮੰਦਰ ਸਾਹਿਬ ਦੀ ਸਥਾਪਨਾ ਹੋਈ ਤਾਂ ਇਹ ਸਵਾਲ ਪੈਦਾ ਹੋਇਆ ਕਿ ਹਰਿਮੰਦਰ ਸਾਹਿਬ ਦੇ ਵਿੱਚ ਕਿਹੜੀ ਮੂਰਤੀ ਰੱਖੀ ਜਾਏਗੀ, ਕਿਹੜੀ ਮੂਰਤੀ ਦੀ ਜਿਹੜੀ ਆ ਪੂਜਾ ਕੀਤੀ ਜਾਏਗੀ, ਕਿਉਂਕਿ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਬਣੇ ਨੇ, 4 ਧਰਮਾਂ ਵਾਸਤੇ ਜਿਹੜਾ ਹਰਿਮੰਦਰ ਸਾਹਿਬ ਹੈ ਉਹ ਖੁੱਲ੍ਹਾ ਆ। ਸੋ ਇਹ ਸਵਾਲ ਪੈਦਾ ਹੋਇਆ ਕਿ ਕਿਹੜੀ ਮੂਰਤੀ ਰੱਖੀ ਜਾਵੇ। ਇਸ ਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਸਭਾ ਬੁਲਾਈ ਜਿਹਦੇ ਵਿੱਚ ਬਾਬਾ ਬੁੱਢਾ ਜੀ ਵੀ ਸਨ। ਤਾਂ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਕਿ ਕਿਹੜੇ ਆਈਡਲ ਦੀ ਜਿਹੜੀ ਮੂਰਤੀ ਆ ਉਹ ਹਰਿਮੰਦਰ ਸਾਹਿਬ ਦੇ ਵਿੱਚ ਰੱਖੀ ਜਾਵੇ। ਤਾਂ ਸਾਰਿਆਂ ਦੀ ਇੱਕੋ ਹੀ ਸਲਾਹ ਸੀ ਕਿ ਪਰਮਾਤਮਾ ਦਾ ਕੋਈ ਵੀ ਆਕਾਰ ਨਹੀਂ ਹੈ। ਜੇਕਰ ਅਸੀਂ ਮੂਰਤੀ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਇੱਕ ਆਕਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰਮਾਤਮਾ ਨੂੰ। ਸੋ ਮੂਰਤੀ ਜਿਹੜੀ ਆ, ਆਈਡਲ ਜਿਹੜਾ ਆ, ਉਹ ਹਰਿਮੰਦਰ ਸਾਹਿਬ ਦੇ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ। ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਵਿੱਚ ਪੋਥੀ ਸਾਹਿਬ ਦੀ ਸਥਾਪਨਾ ਕਰਨ ਦੀ ਸਲਾਹ ਦਿੱਤੀ, ਜਿਹਨੂੰ ਕਿ ਬਾਬਾ ਬੁੱਢਾ ਜੀ ਨੇ ਵੀ ਮਨਜ਼ੂਰ ਕੀਤਾ ਤੇ ਹੋਰ ਵੀ ਜਿਹੜੇ ਸਿੱਖ ਸਨ ਉਹਨਾਂ ਨੇ ਵੀ ਇਸ ਗੱਲ ਦੀ ਸੰਤੁਸ਼ਟੀ ਜਤਾਈ ਕਿ ਪੋਥੀ ਸਾਹਿਬ ਦਾ ਹੀ ਹਰਿਮੰਦਰ ਸਾਹਿਬ ਦੇ ਵਿੱਚ ਸਥਾਪਨ ਕੀਤਾ ਜਾਵੇ। ਇਸ ਤੋਂ ਬਾਅਦ ਹੀ 1604 ਈਸਵੀ ਤੋਂ ਬਾਅਦ ਹੀ ਹਰਿਮੰਦਰ ਸਾਹਿਬ ਦੇ ਵਿੱਚ ਪੋਥੀ ਸਾਹਿਬ ਦੀ ਸਥਾਪਨਾ ਕੀਤੀ ਗਈ। ਇਹਦੇ ਬਾਅਦ ਹੀ ਸਾਰੇ ਗੁਰਦੁਆਰਿਆਂ ਦੇ ਵਿੱਚ ਪੋਥੀ ਸਾਹਿਬ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੁੰਦੀ ਹੈ। ਸੋ ਇਹ ਗੁਰੂ ਅਰਜਨ ਦੇਵ ਜੀ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਸਿੱਖ ਧਰਮ ਨੂੰ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੁੰਦੀ ਹੈ, ਨਾ ਕਿ ਕਿਸੇ ਆਈਡਲ ਦੀ, ਨਾ ਕਿ ਕਿਸੇ ਮੂਰਤੀ ਦੀ ਜਿਹੜੀ ਆ ਸਥਾਪਨਾ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਹੁਣ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ, ਹਰਿਮੰਦਰ ਸਾਹਿਬ ਦੇ ਵਿੱਚ ਪੋਥੀ ਸਾਹਿਬ ਦੀ ਆਦਿ ਗ੍ਰੰਥ ਦੀ ਸਥਾਪਨਾ ਹੋ ਚੁੱਕੀ ਆ, ਸੋ ਹੁਣ ਸਿੱਖਾਂ ਦੀ ਜਿਹੜੀ ਆਇਡੈਂਟੀਟੀ ਆ ਇੱਕ ਵੱਖਰੀ ਬਣ ਚੁੱਕੀ ਸੀ। ਪਹਿਲਾਂ ਸਿੱਖਾਂ ਨੂੰ ਹਿੰਦੂਆਂ ਦੇ ਨਾਲ ਜੋੜ ਕੇ ਦੇਖਦੇ ਸੀ, ਹੁਣ ਇੱਕ ਸਿੱਖ ਧਰਮ ਜਿਹੜਾ ਆ ਉਹ ਇੱਕ ਵੱਖਰੀ ਆਇਡੈਂਟੀਟੀ ਬਣ ਚੁੱਕੀ ਸੀ ਕਿ ਇੱਕ ਵੱਖਰਾ ਜਿਹੜਾ ਸੈਕਸ਼ਨ ਆ, ਹਿੰਦੂਆਂ ਦੇ ਨਾਲ ਇਹ ਮਿਕਸ ਨਹੀਂ ਹੈ। ਸੋ ਇਹ ਜਿਹੜੀ ਗੱਲ ਆ, ਇਹ ਕੱਟੜ ਜਿਹੜੇ ਹਿੰਦੂ ਤੇ ਮੁਸਲਮਾਨ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕ ਰਹੀ ਸੀ। ਉਹਨਾਂ ਨੂੰ ਲੱਗ ਰਿਹਾ ਸੀ ਕਿ ਜਿਹੜਾ ਸਿੱਖ ਧਰਮ ਆ ਜਾਂ ਗੁਰੂ ਗ੍ਰੰਥ ਸਾਹਿਬ ਆ, ਇਹਦੀ ਮਹੱਤਤਾ ਜਿਹੜੀ ਹੈ ਬਹੁਤ ਵੱਧ ਗਈ ਹੈ, ਇਹਦੇ ਵਿੱਚ ਲੋਕਾਂ ਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ। ਸੋ ਅਕਬਰ ਦੇ ਕੋਲ, ਅਕਬਰ ਬਾਦਸ਼ਾਹ ਦੇ ਕੋਲ ਦਿੱਲੀ ਦੇ ਵਿੱਚ ਸ਼ਿਕਾਇਤਾਂ ਲੈ ਕੇ ਜਾਂਦੇ ਸੀ ਕਿ ਇਹ ਗੁਰੂ ਅਰਜਨ ਦੇਵ ਜੀ ਨੇ ਇੱਕ ਵੱਖਰਾ ਜਿਹੜਾ ਸੈਕਟ ਹੈ ਉਹ ਚਲਾ ਲਿਆ, ਇੱਕ ਵੱਖਰਾ ਧਰਮ ਹੈ ਜਿਹੜਾ ਉਹ ਚਲਾ ਲਿਆ ਆ, ਇਹਨੂੰ ਦਬਾਇਆ ਜਾਵੇ, ਇਹਨੂੰ ਬੰਦ ਕੀਤਾ ਜਾਵੇ। ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਸੀ ਲਿਖਤੀ ਰੂਪ ਦੇ ਵਿੱਚ ਅਕਬਰ ਨੂੰ ਹੋਈਆਂ। ਸੋ ਅਕਬਰ ਦਾ ਜਿਹੜਾ ਸੁਭਾਅ ਸੀ, ਜੇ ਅਸੀਂ ਰਿਲੀਜੀਅਸ ਤੌਰ ਤੇ ਦੇਖੀਏ ਤਾਂ ਉਹ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦਾ ਸੀ, ਉਹ ਹਿੰਦੂ ਮੁਸਲਮਾਨਾਂ ਦੇ ਵਿੱਚ ਕੋਈ ਫਰਕ ਨਹੀਂ ਸੀ ਕਰਦਾ। ਸੋ ਉਹਨੇ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਨੂੰ ਇਗਨੋਰ ਕੀਤਾ। ਸੋ ਇਸੇ ਤਰ੍ਹਾਂ ਹੀ ਸਮਾਂ ਜਿਹੜਾ ਹੈ ਉਹ ਬਤੀਤ ਹੁੰਦਾ ਗਿਆ ਤੇ ਫਿਰ ਇੱਕ ਚੰਦੂ ਸ਼ਾਹ ਦਾ ਜ਼ਿਕਰ ਆਉਂਦਾ ਆ। ਚੰਦੂ ਸ਼ਾਹ ਇੱਕ ਹਿੰਦੂ ਜਿਹੜਾ ਬੈਂਕਰ ਆ, ਉਹ ਦਿੱਲੀ ਦੇ ਮੁਗਲ ਦਰਬਾਰ ਦੇ ਨਾਲ ਕੰਮ ਕਰਦਾ ਆ। ਉਹਦੀ ਜਿਹੜੀ ਪੁੱਤਰੀ ਆ ਉਹਦੇ ਵਾਸਤੇ ਵਾਰ ਲੱਭਿਆ ਜਾ ਰਿਹਾ ਸੀ। ਚੰਦੂ ਸ਼ਾਹ ਨੇ ਆਪਣੇ ਸਾਰੇ ਸਕੇ ਸੰਬੰਧੀਆਂ ਨੂੰ ਕਿਹਾ ਸੀ ਕਿ ਉਹਨਾਂ ਦੀ ਬੇਟੀ ਦਾ ਜਿਹੜਾ ਆ ਉਹਨਾਂ ਦੇ ਵਾਸਤੇ ਯੋਗ ਜਿਹੜਾ ਵਾਰ ਆ ਉਹਨੂੰ ਲੱਭਿਆ ਜਾਵੇ। ਬਹੁਤ ਸਾਰੇ ਵਾਰ ਜਿਹੜੇ ਨੇ ਲੱਭੇ ਗਏ, ਬਟ ਕੋਈ ਵੀ ਯੋਗ ਵਾਰ ਜਿਹੜਾ ਆ ਚੰਦੂ ਸ਼ਾਹ ਦੀ ਲੜਕੀ ਵਾਸਤੇ ਨਾ ਲੱਭਾ। ਉਹਨਾਂ ਦਾ ਹੀ ਇੱਕ ਸਕੇ ਸੰਬੰਧੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੱਸ ਜਿਹੜੀ ਆ ਉਹ ਚੰਦੂ ਸ਼ਾਹ ਦੀ ਬੇਟੀ ਵਾਸਤੇ ਪਾਈ। ਸੋ ਉਸ ਟਾਈਮ ਤੇ ਚੰਦੂ ਸ਼ਾਹ ਨੇ ਬਿਲਕੁਲ ਮਨਾ ਕਰ ਦਿੱਤਾ ਕਿ ਇਹ ਰਿਸ਼ਤਾ ਉਹਨਾਂ ਨੂੰ ਮਨਜ਼ੂਰ ਨਹੀਂ ਆ, ਇਹ ਗੁਰੂ ਘਰ ਦੇ ਸੇਵਕ ਨੇ। ਸੋ ਗੁਰੂ ਘਰ ਦੇ ਵਿੱਚ ਜਿਹੜਾ ਦਸਵੰਧ ਦਿੱਤਾ ਜਾਂਦਾ ਆ ਉਸੇ ਦੇ ਨਾਲ ਹੀ ਇਹਨਾਂ ਦਾ ਜਿਹੜਾ ਪਰਿਵਾਰ ਆ ਉਹ ਗੁਜ਼ਾਰਾ ਕਰਦਾ ਆ। ਸੋ ਇਹਨਾਂ ਦੀ ਆਪਣੀ ਜਿਹੜੀ ਆ ਜ਼ਮੀਨ ਜਾਇਦਾਦ ਨਹੀਂ ਆ, ਇਹਨਾਂ ਦਾ ਕੋਈ ਪੋਲੀਟੀਕਲ ਰੁਤਬਾ ਨਹੀਂ ਆ, ਇਸ ਕਰਕੇ ਇਹ ਰਿਸ਼ਤਾ ਜਿਹੜਾ ਆ ਉਹ ਚੰਦੂ ਸ਼ਾਹ ਨੇ ਬਿਲਕੁਲ ਮਨਾ ਕਰ ਦਿੱਤਾ। ਸੋ ਸਮਾਂ ਬੀਤਦਾ ਗਿਆ, ਚੰਦੂ ਸ਼ਾਹ ਦੀ ਬੇਟੀ ਵਾਸਤੇ ਵਾਰ ਲੱਭ ਰਿਹਾ ਸੀ ਬਟ ਕੋਈ ਵੀ ਵਾਰ ਨਾ ਮਿਲਿਆ। ਤਾਂ ਚੰਦੂ ਸ਼ਾਹ ਦੀ ਘਰਵਾਲੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇ ਦੀ ਯਾਦ ਦਿਵਾਈ ਚੰਦੂ ਸ਼ਾਹ ਨੂੰ ਕਿ ਉਹੀ ਰਿਸ਼ਤਾ ਉਹਨਾਂ ਨੂੰ ਸਹੀ ਲੱਗ ਰਿਹਾ ਆ। ਤਾਂ ਚੰਦੂ ਸ਼ਾਹ ਨੇ ਆਪਣੀ ਬੇਟੀ ਵਾਸਤੇ ਰਿਸ਼ਤਾ ਜਿਹੜਾ ਆ ਉਹ ਗੁਰੂ ਅਰਜਨ ਦੇਵ ਜੀ ਦੇ ਘਰ ਭੇਜਿਆ। ਤਾਂ ਉਸ ਟਾਈਮ ਤੇ ਗੁਰੂ ਅਰਜਨ ਦੇਵ ਜੀ ਨੇ ਮਨਾ ਕਰ ਦਿੱਤਾ ਕਿ ਇਹ ਜਿਹੜਾ ਰਿਸ਼ਤਾ ਆ ਇਹ ਬਰਾਬਰੀ ਦਾ ਨਹੀਂ ਹੈ। ਚੰਦੂ ਸ਼ਾਹ ਜਿਹੜਾ ਹੈ ਉਹ ਬਹੁਤ ਜ਼ਮੀਨ ਜਾਇਦਾਦਾਂ ਦਾ ਮਾਲਕ ਆ, ਉਹ ਪੋਲੀਟੀਕਲ ਜਿਹੜਾ ਹੈ ਰੁਤਬਾ ਵੀ ਰੱਖਦਾ ਆ ਦਿੱਲੀ ਦੇ ਵਿੱਚ। ਸੋ ਅਸੀਂ ਜਿਹੜੇ ਆ ਉਹ ਗੁਰੂ ਘਰ ਦੇ ਸੇਵਕ ਆ, ਅਸੀਂ ਇਹ ਰਿਸ਼ਤਾ ਜਿਹੜਾ ਹੈ ਉਹ ਲੈਣ ਦੀ ਜਿਹੜੀ ਖਿੱਚ ਲਿਆ ਉਹ ਨਹੀਂ ਕਰਾਂਗੇ। ਸੋ ਚੰਦੂ ਸ਼ਾਹ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਹੀ ਗੁੱਸੇ ਵਿੱਚ ਆਇਆ। ਸੋ ਇਹ ਜਿਹੜਾ ਗੁਰੂ ਸਾਹਿਬ ਨੇ ਚੰਦੂ ਸ਼ਾਹ ਦੀ ਬੇਟੀ ਦਾ ਰਿਸ਼ਤਾ ਜਿਹੜਾ ਆ
ਉਹ ਨਾਮਨਜ਼ੂਰ ਕੀਤਾ ਹੈ। ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ ਗੁਰੂ ਸਾਹਿਬ ਦੀ ਸ਼ਹਾਦਤ ਦਾ। ਸੋ ਇਹ ਗੱਲ ਜਿਹੜੀ ਆ ਚੰਦੂ ਸ਼ਾਹ ਨੂੰ ਬਰਦਾਸ਼ਤ ਨਹੀਂ ਹੋਈ। ਚੰਦੂ ਸ਼ਾਹ ਨੇ ਫਿਰ ਅਕਬਰ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ। ਜਿਹੜੀਆਂ ਸ਼ਿਕਾਇਤਾਂ ਪਹਿਲਾਂ ਲੋਕ ਕਰ ਰਹੇ ਸੀ ਉਹੀ ਉਹਨੇ ਸ਼ਿਕਾਇਤ ਜਿਹੜੀ ਆ ਉਹ ਵਧਾ ਚੜਾ ਕੇ ਅਕਬਰ ਬਾਦਸ਼ਾਹ ਨੂੰ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਦਿ ਗ੍ਰੰਥ ਦੇ ਵਿੱਚ ਮੁਸਲਮਾਨਾਂ ਤੇ ਹਿੰਦੂਆਂ ਬਾਰੇ ਜਿਹੜੇ ਆ ਬਹੁਤ ਗਲਤ ਚੀਜ਼ਾਂ ਲਿਖੀਆਂ ਨੇ। ਇਹ ਜਿਹੜੇ ਆ ਮੁਸਲਮਾਨਾਂ ਨੂੰ ਤੇ ਹਿੰਦੂ ਧਰਮ ਨੂੰ ਠੇਸ ਪਹੁੰਚਾਉਂਦੇ ਆ। ਅਕਬਰ ਬਾਦਸ਼ਾਹ ਨੂੰ ਵੀ ਜਦੋਂ ਇਹ ਸ਼ਿਕਾਇਤਾਂ ਮਿਲੀਆਂ ਤਾਂ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਹੋਲੀ ਗ੍ਰੰਥ ਦੇ ਨਾਲ ਦਿੱਲੀ ਦੇ ਵਿੱਚ ਸਮਨ ਕੀਤਾ। ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਮੁਗਲ ਕੋਰਟ ਦੇ ਵਿੱਚ ਜਾਣ ਲਈ ਕਿਹਾ। ਬਾਬਾ ਬੁੱਢਾ ਜੀ ਨੇ ਤੇ ਭਾਈ ਗੁਰਦਾਸ ਜੀ ਨੇ ਅਕਬਰ ਦੇ ਕੋਰਟ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਤੁਕਾਂ ਨੇ ਉਹ ਕਹੀਆਂ। ਅਕਬਰ ਜਿਹੜਾ ਆ ਇੰਨਾ ਪ੍ਰਸੰਨ ਹੋਇਆ ਕਿ ਉਹਨੇ ਬਾਬਾ ਬੁੱਢਾ ਜੀ ਨੂੰ ਦੁਬਾਰਾ ਕਿਹਾ ਕਿ ਇਹ ਜਿਹੜੀਆਂ ਤੁਕਾਂ ਨੇ ਇਹ ਮੈਨੂੰ ਦੁਬਾਰਾ ਸੁਣਾਈਆਂ ਜਾਣ। ਵਾਰ-ਵਾਰ ਸੁਣਨ ਤੇ ਉਹ ਇੰਨਾ ਪ੍ਰਸੰਨ ਹੋਇਆ, ਉਹਨੂੰ ਲੱਗਾ ਕਿ ਇਹ ਤਾਂ ਉਹੀ ਧਰਮ ਆ ਦਿਨੇ ਇਲਾਹੀ ਵਰਗਾ ਜਿਹੜਾ ਕਿ ਧਰਮ ਉਹ ਆਪ ਬਣਾਉਣਾ ਚਾਹੁੰਦਾ ਆ। ਸੋ ਇੰਨਾ ਪ੍ਰਸੰਨ ਹੋ ਕੇ ਅਕਬਰ ਬਾਦਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਬਹੁਤ ਭੇਟਾਵਾਂ ਵੀ ਦਿੱਤੀਆਂ ਤੇ ਨਾਲ ਉਹਨਾਂ ਨੂੰ ਇਹ ਵੀ ਕਿਹਾ ਕਿ ਉਹ ਆਪ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਆਵੇਗਾ। ਤੇ ਅਕਬਰ ਬਾਦਸ਼ਾਹ ਨੇ ਜਿਹੜੀ ਇਹ ਗੱਲ ਕਹੀ ਉਹ ਉਹਨੇ ਕਰਕੇ ਵੀ ਦਿਖਾਈ। ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ, ਉਹਨੇ ਪੰਗਤ ਦੇ ਵਿੱਚ ਪੰਗਤ ਵੀ ਕੀਤੀ ਤੇ ਗੁਰੂ ਸਾਹਿਬ ਦੇ ਦਰਸ਼ਨ ਵੀ ਕੀਤੇ। ਉਹਦੇ ਨਾਲ ਹੀ ਅਕਬਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਇਹ ਵੀ ਕਿਹਾ ਕਿ ਜਿਹੜੀ ਵੀ ਕੋਈ ਮਦਦ ਉਹ ਚਾਹੁੰਦੇ ਨੇ ਉਹ ਅਕਬਰ ਬਾਦਸ਼ਾਹ ਉਹਨਾਂ ਨੂੰ ਦੇਣ ਲਈ ਤਿਆਰ ਆ। ਇਸ ਤੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਵਾਸਤੇ ਕੋਈ ਮੰਗ ਨਹੀਂ ਕੀਤੀ। ਉਹਨਾਂ ਨੇ ਜਿਹੜੇ ਕਿਸਾਨ ਸੀ ਉਹਨਾਂ ਵਾਸਤੇ ਅਕਬਰ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਤੁਸੀਂ ਕਿਸਾਨਾਂ ਦਾ ਜਿਹੜਾ ਟੈਕਸ ਆ, ਕਿਸਾਨਾਂ ਤੋਂ ਜਿਹੜਾ ਰੈਵਨਿਊ ਇਕੱਠਾ ਕਰਨਾ ਆ, ਉਹ ਇਸ ਵਾਰ ਦਾ ਜਿਹੜਾ ਹੈ ਉਹ ਮਾਫ ਕਰ ਦਿਓ ਕਿਉਂਕਿ ਇਸ ਵਾਰ ਸੋਕਾ ਪੈ ਗਿਆ ਆ। ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਬਹੁਤੀ ਨਹੀਂ ਹੋਈ। ਅਕਬਰ ਬਾਦਸ਼ਾਹ ਨੇ ਵੀ ਉਸ ਸਾਲ ਦਾ ਜਿਹੜਾ ਟੈਕਸ ਸੀ ਕਿਸਾਨਾਂ ਦਾ ਉਹ ਮਾਫ ਕਰ ਦਿੱਤਾ। ਸੋ ਇਹ ਗੱਲ ਦਾ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਹ ਬਹੁਤ ਹੀ ਖੁਸ਼ ਹੋਏ, ਬਹੁਤ ਹੀ ਪ੍ਰਸੰਨਤਾ ਸੀ ਉਹਨਾਂ ਦੇ ਵਿੱਚ ਕਿ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਅਕਬਰ ਬਾਦਸ਼ਾਹ ਨੇ ਜਿਹੜਾ ਉਹਨਾਂ ਦਾ ਟੈਕਸ ਆ ਉਹ ਮਾਫ ਕਰ ਦਿੱਤਾ। ਸੋ ਇਸ ਤੋਂ ਕੁਝ ਕੁ ਸਮਾਂ ਬੀਤਿਆ ਸੀ ਕਿ ਅਕਬਰ ਬਾਦਸ਼ਾਹ ਦਾ ਜਿਹੜਾ ਹੈ ਉਹ ਦੇਹਾਂਤ ਹੋ ਗਿਆ। ਦਿੱਲੀ ਸਲਤਨਤ ਵਾਸਤੇ ਜਿਹੜੀ ਆ ਲੜਾਈ ਸ਼ੁਰੂ ਹੋ ਗਈ। ਅਕਬਰ ਦਾ ਜਿਹੜਾ ਬੇਟਾ ਸੀ ਜਹਾਂਗੀਰ ਤੇ ਉਹਦਾ ਪੋਤਰਾ ਸੀ ਖੁਸਰੋ, ਉਹਨਾਂ ਦੇ ਵਿੱਚ ਜਿਹੜੀ ਆ ਉਹ ਦਿੱਲੀ ਦੇ ਤਖਤ ਵਾਸਤੇ ਲੜਾਈ ਸ਼ੁਰੂ ਹੋ ਗਈ। ਦੋਵਾਂ ਦੇ ਵਿੱਚ ਜੰਗ ਹੋਈ ਤੇ ਖੁਸਰੋ ਜਿਹੜਾ ਆ ਉਹ ਹਾਰ ਗਿਆ। ਲੜਾਈ ਹਾਰਨ ਤੋਂ ਬਾਅਦ ਖੁਸਰੋ ਜਿਹੜਾ ਆ ਉਹ ਗੁਰੂ ਸਾਹਿਬ ਦੇ ਕੋਲ ਆਇਆ, ਗੁਰੂ ਸਾਹਿਬ ਦੇ ਕੋਲੋਂ ਸ਼ਰਨ ਮੰਗੀ। ਸੋ ਗੁਰੂ ਸਾਹਿਬ ਨੇ ਭੋਜਨ ਪਾਣੀ ਛਕਾਇਆ ਖੁਸਰੋ ਨੂੰ ਤੇ ਖੁਸਰੋ ਨੂੰ ਪਿਆਰ ਦੇ ਨਾਲ ਸਮਝਾਇਆ ਕਿ ਗੁਰੂ ਘਰ ਜਿਹੜਾ ਆ ਉਹ ਸਾਰੇ ਧਰਮਾਂ ਵਾਸਤੇ ਹੀ ਖੁੱਲਾ ਆ, ਪਰ ਇਹ ਤੁਹਾਡੀ ਜਿਹੜੀ ਆ ਉਹ ਰਾਇਲ ਤਖਤ ਵਾਸਤੇ ਲੜਾਈ ਆ, ਤੁਹਾਡੀ ਤਖਤ ਵਾਸਤੇ ਲੜਾਈ ਹੋਣ ਦੇ ਕਰਕੇ ਅਸੀਂ ਤੁਹਾਨੂੰ ਇਹ ਸ਼ਰਨ ਨਹੀਂ ਦੇ ਸਕਦੇ। ਸੋ ਇਹ ਗੱਲ ਸੁਣ ਕੇ ਖੁਸਰੋ ਵੀ ਉੱਥੋਂ ਚਲਾ ਗਿਆ ਤੇ ਜੇਹਲਮ ਨਦੀ ਕ੍ਰਾਸ ਕਰਨ ਤੋਂ ਪਹਿਲਾਂ ਹੀ ਜਹਾਂਗੀਰ ਨੇ ਖੁਸਰੋ ਨੂੰ ਬੰਦੀ ਬਣਾ ਲਿਆ। ਇਹ ਜਦੋਂ ਖਬਰ ਪ੍ਰਿਥੀ ਚੰਦ ਨੂੰ ਤੇ ਚੰਦੂ ਸ਼ਾਹ ਨੂੰ ਪਤਾ ਲੱਗੀ ਤਾਂ ਉਹਨਾਂ ਦੋਵਾਂ ਨੇ ਹੀ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਆ ਉਹਦੇ ਬਾਰੇ ਵੀ ਜਹਾਂਗੀਰ ਦੇ ਕੰਨ ਜਿਹੜੇ ਨੇ ਬਹੁਤ ਸਾਰੇ ਲੋਕਾਂ ਨੇ ਭਰੇ ਸੀ। ਸੋ ਜਹਾਂਗੀਰ ਜਿਹੜਾ ਆ ਸਿੱਖ ਧਰਮ ਦੇ ਪ੍ਰਸਾਰ ਕਰਕੇ ਤੇ ਸਿੱਖ ਧਰਮ ਦੇ ਪ੍ਰਚਾਰ ਕਰਕੇ ਪਹਿਲਾਂ ਹੀ ਬਹੁਤ ਦੁਖੀ ਸੀ। ਉਹ ਸਿੱਖ ਧਰਮ ਨੂੰ ਪਹਿਲਾਂ ਹੀ ਜਿਹੜਾ ਆ ਉਹ ਦਬਾਉਣਾ ਚਾਹੁੰਦਾ ਸੀ। ਸੋ ਚੰਦੂ ਸ਼ਾਹ ਨੇ ਤੇ ਪ੍ਰਿਥੀ ਚੰਦ ਨੇ ਜਿਹੜੀ ਸ਼ਿਕਾਇਤ ਆ ਇਹ ਜਹਾਂਗੀਰ ਨੂੰ ਕੀਤੀ ਕਿ ਖੁਸਰੋ ਨੂੰ ਗੁਰੂ ਅਰਜਨ ਦੇਵ ਜੀ ਨੇ ਸ਼ਰਨ ਦਿੱਤੀ ਆ। ਇਹ ਗੱਲ ਸੁਣ ਕੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸਮਨ ਕੀਤਾ ਆਪਣੇ ਕੋਰਟ ਦੇ ਵਿੱਚ। ਸੋ ਜਦੋਂ ਇਹ ਸਮਨ ਜਿਹੜੇ ਨੇ ਗੁਰੂ ਅਰਜਨ ਦੇਵ ਜੀ ਤੱਕ ਪਹੁੰਚੇ ਤਾਂ ਉਹਨਾਂ ਨੂੰ ਪਹਿਲਾਂ ਹੀ ਗਿਆਨ ਸੀ ਕਿ ਅੱਗੇ ਕੀ ਹੋਣ ਵਾਲਾ ਆ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਿਲਕ ਲਾ ਕੇ ਤੇ ਨਾਰੀਅਲ ਭੇਟਾ ਕਰਕੇ ਉਹਨਾਂ ਨੂੰ ਗੁਰਗੱਦੀ ਦਾ ਵਾਰਿਸ ਨਿਯੁਕਤ ਕੀਤਾ। ਜਾਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਵਿਦਿਆ ਵੀ ਧਾਰਨ ਕਰਨ ਵਾਸਤੇ ਕਿਹਾ ਤੇ ਉਹਨਾਂ ਨੂੰ ਕਿਹਾ ਕਿ ਜਿਹੜਾ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਆਪਣੇ ਜਿਹੜੇ ਹਥਿਆਰ ਆ ਉਹ ਤਿਆਰ ਰੱਖਿਓ। ਸੋ ਇਹ ਕਹਿ ਕੇ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਤੋਂ ਲਾਹੌਰ ਵੱਲ ਨੂੰ ਰਵਾਨਾ ਹੋਏ। ਲਾਹੌਰ ਜਾ ਕੇ ਜਦੋਂ ਜਹਾਂਗੀਰ ਦੇ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਜਹਾਂਗੀਰ ਅੱਗੇ ਉਹਨਾਂ ਨੂੰ ਸੁਣਾਉਂਦਾ ਹੈ ਕਿ ਤੁਹਾਨੂੰ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਆ ਤੇ ਨਾਲ ਹੀ ਤੁਹਾਡਾ ਜਿਹੜਾ ਧਰਮ ਗ੍ਰੰਥ ਆ ਉਹਨੂੰ ਜਿਹੜਾ ਆ ਸੋਧਣਾ ਪਏਗਾ ਤੁਹਾਨੂੰ। ਸੋ ਇਹ ਜਿਹੜੀਆਂ ਦੋਵੇਂ ਸ਼ਰਤਾਂ ਸੀ ਇਹ ਗੁਰੂ ਅਰਜਨ ਦੇਵ ਜੀ ਨੇ ਨਾਮਨਜ਼ੂਰ ਕਰ ਲਈਆਂ। ਪਹਿਲਾਂ ਤਾਂ ਉਹਨਾਂ ਨੇ 2 ਲੱਖ ਰੁਪਈਆ ਜਿਹੜਾ ਆ ਜੁਰਮਾਨਾ ਕੀਤਾ ਸੀ ਉਹ ਦੇਣ ਤੋਂ ਮਨਾ ਕਰਤਾ ਕਿ ਜਿਹੜਾ ਸਿੱਖ ਧਰਮ ਦਾ ਖਜ਼ਾਨਾ ਆ ਉਹ ਉਹਨਾਂ ਦਾ ਪਰਸਨਲ ਜ਼ਗੀਰ ਨਹੀਂ ਆ, ਉਹ ਸਿੱਖ ਧਰਮ ਦੀ ਸਿੱਖ ਕਮਿਊਨਿਟੀ ਦਾ ਜਿਹੜਾ ਖਜ਼ਾਨਾ ਆ ਉਹਦੇ ਵਿੱਚੋਂ ਪੈਸਾ ਜਿਹੜਾ ਆ ਜੁਰਮਾਨੇ ਦੇਣ ਵਾਸਤੇ ਨਹੀਂ ਰੱਖਿਆ ਗਿਆ, ਉਹਦੇ 'ਚ ਸਿੱਖ ਧਰਮਾਂ ਦੇ ਲੰਗਰ ਚਲਾਉਣ ਵਾਸਤੇ ਰੱਖਿਆ ਗਿਆ ਆ, ਸਿੱਖ ਧਰਮ ਦਾ ਪ੍ਰਚਾਰ ਕਰਨ ਵਾਸਤੇ ਰੱਖਿਆ ਗਿਆ ਆ। ਸੋ ਜਿਹੜਾ ਜੁਰਮਾਨਾ ਆ ਉਹ ਦੇਣ ਤੋਂ ਗੁਰੂ ਸਾਹਿਬ ਨੇ ਬਿਲਕੁਲ ਮਨਾ ਕਰ ਦਿੱਤਾ। ਸੋ ਦੂਜੀ ਜਿਹੜੀ ਸ਼ਰਤ ਸੀ ਕਿ ਸਿੱਖ ਧਰਮ ਦੇ ਗ੍ਰੰਥ ਦੇ ਵਿੱਚ ਸੋਧ ਕਰਨ ਲਈ ਕਿਹਾ ਗਿਆ ਸੀ ਉਹ ਵੀ ਗੁਰੂ ਅਰਜਨ ਦੇਵ ਜੀ ਨੇ ਬਿਲਕੁਲ ਮਨਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਗੁਰੂਆਂ ਦੀ ਬਾਣੀ ਆ, ਇਹਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਆ, ਇਹਨੂੰ ਅਸੀਂ ਬਦਲ ਨਹੀਂ ਸਕਦੇ। ਸੋ ਇਹ ਦੋਵੇਂ ਗੱਲਾਂ ਜਿਹੜੀਆਂ ਨੇ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਨੂੰ ਕਰਨ ਤੋਂ ਬਿਲਕੁਲ ਮਨਾ ਕਰ ਦਿੱਤਾ। ਉਸ ਤੋਂ ਬਾਅਦ ਜਹਾਂਗੀਰ ਨੇ ਆਪਣੇ ਖਾਸ ਮੁਰਤਜ਼ਾ ਖਾਨ ਨੂੰ ਕਿਹਾ ਕਿ ਜਿਵੇਂ ਵੀ ਸਹੀ ਲੱਗਦਾ ਆ ਗੁਰੂ ਅਰਜਨ ਦੇਵ ਜੀ ਦੇ ਨਾਲ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸੋ ਇਹ ਕਹਿਣ ਤੋਂ ਬਾਅਦ ਜਹਾਂਗੀਰ ਜਿਹੜਾ ਆ
ਉਹ ਆਪ ਕਸ਼ਮੀਰ ਵੱਲ ਨੂੰ ਆਪਣੇ ਟੂਰ ਤੇ ਚਲਾ ਗਿਆ। ਚੰਦੂ ਸ਼ਾਹ ਨੇ ਇਸ ਚੀਜ਼ ਦਾ ਜਿਹੜਾ ਫਾਇਦਾ ਚੁੱਕਿਆ ਕਿ ਜਹਾਂਗੀਰ ਇੱਥੇ ਨਹੀਂ ਆ, ਸੋ ਮੁਰਤਜ਼ਾ ਖਾਨ ਨੂੰ ਗੁਰੂ ਸਾਹਿਬ ਦੇ ਵਿਰੋਧ ਦੇ ਵਿੱਚ ਭੜਕਾਇਆ। ਸੋ ਮੁਰਤਜ਼ਾ ਖਾਨ ਜਿਹੜਾ ਕਾਜ਼ੀ ਸੀ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇਣ ਦਾ ਜਿਹੜਾ ਹੁਕਮ ਆ ਉਹ ਸੁਣਾ ਦਿੱਤਾ। ਇਸ ਤੋਂ ਬਾਅਦ ਗੁਰੂ ਸਾਹਿਬ ਨੂੰ 5 ਦਿਨ ਜਿਹੜੇ ਨੇ ਲਗਾਤਾਰ ਤਸੀਹੇ ਦਿੱਤੇ ਗਏ। ਤੱਤੀ ਤਵੀ ਦੇ ਉੱਤੇ ਬਿਠਾ ਕੇ ਉਹਨਾਂ ਨੂੰ ਤਸੀਹੇ ਦਿੱਤੇ ਗਏ। ਉਹਨਾਂ ਦੇ ਸਿਰ ਦੇ ਵਿੱਚ ਬਲਦੀ ਜਿਹੜੀ ਰੇਤਾ ਆ ਉਹ ਪਾਈ ਗਈ। ਉਬਲਦੀ ਹੋਈ ਦੇਗ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਤਸੀਹੇ ਦਿੱਤੇ ਗਏ। ਗੁਰੂ ਅਰਜਨ ਦੇਵ ਜੀ ਦਾ ਸਰੀਰ ਜਿਹੜਾ ਆ ਉਹ ਛਾਲਿਆਂ ਦੇ ਨਾਲ ਬਿਲਕੁਲ ਭਰ ਚੁੱਕਾ ਸੀ। ਇਹ ਚੀਜ਼ ਸੁਣ ਕੇ ਲਾਹੌਰ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਮਿੱਤਰ ਸੀ, ਜਿਹਦੇ ਤੋਂ ਗੁਰੂ ਸਾਹਿਬ ਨੇ ਹਰਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ, ਮੀਆਂ ਮੀਰ ਜੀ। ਮੀਆਂ ਮੀਰ ਜੀ ਇਹ ਸਾਰਾ ਕੁਝ ਦੇਖ ਕੇ ਗੁਰੂ ਅਰਜਨ ਦੇਵ ਜੀ ਦੇ ਕੋਲ ਆਏ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਤੁਸੀਂ ਸਾਨੂੰ ਹੁਕਮ ਦਿਓ, ਅਸੀਂ ਆਪਣੀਆਂ ਗੈਬੀ ਸ਼ਕਤੀਆਂ ਦੇ ਨਾਲ ਇਹਨਾਂ ਸਾਰੇ ਦੁਸ਼ਮਣਾਂ ਦਾ ਜਿਹੜਾ ਆ ਉਹ ਵਿਨਾਸ਼ ਕਰ ਦਾਂਗੇ। ਤਾਂ ਗੁਰੂ ਅਰਜਨ ਦੇਵ ਜੀ ਨੇ ਮੀਆਂ ਮੀਰ ਜੀ ਨੂੰ ਮਨਾ ਕਰ ਦਿੱਤਾ ਕਿ ਜੋ ਪਰਮਾਤਮਾ ਦੀ ਰਜ਼ਾ ਆ ਅਸੀਂ ਉਹਦੇ ਵਿੱਚ ਹੀ ਰਹਿਣਾ ਚਾਹਾਂਗੇ। ਇਸ ਗੱਲ ਦਾ ਪਤਾ ਜਦੋਂ ਚੰਦੂ ਸ਼ਾਹ ਦੀ ਬੇਟੀ ਨੂੰ ਲੱਗਾ ਤਾਂ ਉਹ ਆਪਣੇ ਨਾਲ ਬਹੁਤ ਸਾਰਾ ਖਾਣ ਪੀਣ ਦਾ ਸਮਾਨ ਲੈ ਕੇ ਜੇਲਰ ਨੂੰ ਰਿਸ਼ਵਤ ਦੇ ਕੇ ਗੁਰੂ ਸਾਹਿਬ ਨੂੰ ਮਿਲਣ ਆਈ ਤੇ ਗੁਰੂ ਸਾਹਿਬ ਦੇ ਕੋਲੋਂ ਮਾਫੀ ਮੰਗੀ ਕਿ ਜੋ ਉਹਨਾਂ ਦਾ ਪਿਤਾ ਕਰ ਰਿਹਾ ਆ ਉਹਦੇ ਵਾਸਤੇ ਉਹ ਬਹੁਤ ਸ਼ਰਮਿੰਦਾ ਆ। ਤਾਂ ਗੁਰੂ ਸਾਹਿਬ ਨੇ ਉਹ ਚੰਦੂ ਸ਼ਾਹ ਦੇ ਘਰ ਦੀ ਕੋਈ ਵੀ ਚੀਜ਼ ਲੈਣ ਤੋਂ ਗੁਰੂ ਅਰਜਨ ਦੇਵ ਜੀ ਨੇ ਮਨਾ ਕਰ ਦਿੱਤਾ, ਪਰ ਉਸ ਬੇਟੀ ਨੂੰ ਜਿਹੜਾ ਆ ਗੁਰੂ ਅਰਜਨ ਦੇਵ ਜੀ ਨੇ ਆਸ਼ੀਰਵਾਦ ਦਿੱਤਾ। 5 ਦਿਨ ਦੇ ਤਸੀਹਿਆਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਨ ਦੀ ਮਨਜ਼ੂਰੀ ਲਈ। ਗੁਰੂ ਸਾਹਿਬ ਦਾ ਸਰੀਰ ਛਾਲਿਆਂ ਦੇ ਨਾਲ ਭਰਿਆ ਹੋਇਆ ਸੀ। ਇਸ਼ਨਾਨ ਕਰਨ ਲਈ ਗੁਰੂ ਸਾਹਿਬ ਰਾਵੀ ਦਰਿਆ ਦੇ ਵਿੱਚ ਜਾਂਦੇ ਨੇ ਤੇ ਉੱਥੇ ਹੀ ਜੋਤੀ ਜੋਤ ਸਮਾ ਜਾਂਦੇ ਨੇ। ਸੋ ਉਹ ਤਰੀਕ ਸੀ 30 ਮਈ 1606। ਗੁਰੂ ਅਰਜਨ ਦੇਵ ਜੀ ਦੀ ਉਮਰ ਉਸ ਸਮੇਂ ਤੇ 43 ਸਾਲ ਦੀ ਸੀ। ਸੋ 43 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਸਾਹਿਬ ਨੇ ਬਹੁਤ ਜਿਹੜੇ ਨੇ ਤਸੀਹੇ ਝੱਲੇ। ਪਹਿਲਾਂ ਘਰ ਦੇ ਵਿੱਚੋਂ ਹੀ ਪ੍ਰਿਥੀ ਚੰਦ ਨੇ ਬਹੁਤ ਸਾਰੇ ਵਾਰ ਕੀਤੇ। ਉਸ ਤੋਂ ਬਾਅਦ ਜਹਾਂਗੀਰ ਦੇ ਕੋਟ ਦੇ ਵਿੱਚ ਚੰਦੂ ਸ਼ਾਹ ਦੇ ਪਿੱਛੇ ਲੱਗ ਕੇ ਗੁਰੂ ਸਾਹਿਬ ਦੇ ਉੱਤੇ ਤਸੀਹੇ ਦਿੱਤੇ ਗਏ ਤੇ ਗੁਰੂ ਸਾਹਿਬ ਜੀ 1606 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਗਏ। ਸੋ ਗੁਰੂ ਅਰਜਨ ਦੇਵ ਜੀ ਦੀਆਂ ਬਹੁਤ ਸਾਰੀਆਂ ਦੇਣਾ ਨੇ ਸਿੱਖ ਧਰਮ ਨੂੰ। ਪੋਥੀ ਸਾਹਿਬ ਦਾ ਜਿਹੜਾ ਆ ਉਹ ਕੰਪਾਈਲ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਨੀ, ਸੋ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਬਹੁਤ ਸਾਰੇ ਤੀਰਥ ਸਥਾਨ ਬਣਾਉਣਾ, ਜਿਵੇਂ ਕਿ ਛਿਹਾਟਾ ਸਾਹਿਬ ਆ, ਤਰਨਤਾਰਨ ਸਾਹਿਬ ਆ, ਜਿੱਥੇ ਗੁਰੂ ਸਾਹਿਬ ਨੇ ਵਾਰ ਵੀ ਦਿੱਤਾ ਆ ਕਿ ਇੱਥੋਂ ਦੇ ਲੋਕ ਆਪ ਵੀ ਤਰਨਗੇ ਤੇ ਲੋਕਾਂ ਨੂੰ ਵੀ ਤਰਨਗੇ। ਜਿੱਥੋਂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਾ ਕੇ ਗੁਰੂ ਸਾਹਿਬ ਨੇ ਇੱਕ ਪਿੰਡ ਦੇ ਮੁਖੀਆ ਨੂੰ ਵੀ ਬਿਮਾਰੀਆਂ ਤੋਂ ਮੁਕਤ ਕੀਤਾ ਸੀ। ਉਹਦੇ ਨਾਲ ਹੀ ਇੱਕ ਕੋੜਾਤਾ ਵੀ ਜਿਹੜਾ ਆ ਉਹ ਗੁਰੂ ਸਾਹਿਬ ਨੇ ਤਰਨਤਾਰਨ ਦੇ ਵਿੱਚ ਬਣਵਾਇਆ ਸੀ ਤੇ ਤਰਨਤਾਰਨ ਨਗਰ ਵੀ ਵਸਾਇਆ। ਸੋ ਗੁਰੂ ਸਾਹਿਬ ਦੀਆਂ ਬਹੁਤ ਸਾਰੀਆਂ ਦੇਣਾ ਨੇ ਸਿੱਖ ਧਰਮ ਨੂੰ। ਗੁਰੂ ਸਾਹਿਬ ਦੀਆਂ ਬਾਣੀਆਂ ਦੇ ਵਿੱਚੋਂ ਸੁਖਮਨੀ ਸਾਹਿਬ ਦਾ ਜਿਹੜਾ ਪਾਠ ਆ ਉਹ ਵੀ ਗੁਰੂ ਸਾਹਿਬ ਨੇ ਉਚਾਰਨ ਕੀਤਾ ਸੀ, ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਸੀ। ਸੋ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਜਿਹੜਾ ਆ ਉਹ 14 ਜੂਨ ਨੂੰ ਮਨਾਇਆ ਜਾ ਰਿਹਾ ਇਸ ਵਾਰੀ। ਸੋ ਆਓ ਗੁਰੂ ਸਾਹਿਬ ਨੂੰ ਯਾਦ ਕਰੀਏ ਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੀਏ। ਸੋ ਕੋਈ ਵੀ ਗਲਤੀ ਹੋ ਗਈ ਹੋਵੇ, ਕੋਈ ਸ਼ਬਦ ਗਲਤ ਵਰਤਿਆ ਗਿਆ ਹੋਵੇ ਤਾਂ ਖਿਮਾ ਦਾ ਯਾਚਕ ਆ। ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।